चक्र चिन्ह अर वर्ण जात, अर पात निहन जह। रूप रंग अर रेख पेख, को कह न सकत केहे। अचल मूर्त अनपव प्रकाश, अमितोज जय। कोटिंद्रेंद्रान, साहे साहान गणिजय। त्रिभुवन महीप सुर नर असुर, नेत नेत बन तिरन कहत। त्वै सर्वनाम कथा कवन, कर्म नाम वर्णत समर्थ। अस कृपान खंड खड़ग, सुख तवर अरती। सैफ सरोही सहसी, जह हमारा पी। तीर तुही सती तुही, तुही तवर तरवार। नाम तिहारो जो जपै, पै सिंध पव पार। काल तुही काली तुही, तुही तेगी अरती। तुही निशानी जीत की, आज तुही जगवीर। खड्ग केत मैं शरण तिहारी, आप हाथ दे लिहु उभारी। सर्व ठौर मोह सहाई, दुष्ट दोख ते लिहु बचाई। नमस्कार श्री खड्ग को, करो सुहित चित लाय। पूर्ण करो ग्रंथ है, तुम मोहे करो सहाय। मुकुचरै शास्त्र खट, पिंग गिरन चढ़ जाय। अंध लखै बदरु सुनै, जाऊ काल कृपा कराय। कहाँ बुद्ध प्राप्त शिव हमारी, वर्ण सकै महिमा जो तिहारी। हम न सकत कारो सिफत तुम्हारी, आप लिहो तुम कथा सुधारी। हम न सकत कारो सिफत तुम्हारी, आप लिहो तुम कथा सुधारी। वाहेगुरु साहिब जियो सवैया। मार कै भूप गए तिह ठां, जह बांधे कई पुन भूप परे। हर देखत शोक मिटे तिनके, इत श्याम जू के दृग लाज परे। बंधन जेतिक थे तिनके, सब ही छिन भीतर काट डरे। दय शोर सब कब श्याम पनै, करना रस सो जब कान टरे। सवैया मार कै भूप गए तिह ठां।
वाहिगुरु जी का खालसा वाहिगुरु जी की फतेह। परम सत्कारयोग गुरु खालसा साध संगत जी, सतगुरु गोबिंद सिंह साहब महाराज जी की पावन बाणी की विचार काफ़ी समय तो मुड़ तो ही प्रारंभ हुई है। आप संगत रूप जुड़ के लड़ीवार रूप विचारा करके लाहे हासिल कर रहे हाँ। जिस तरह भगवान कृष्ण जी दिल्ली विच गए, जो युधिष्ठिर राजा है उसने राज पूजा करने की इच्छा जार की थी। उस वेले कृष्ण जी ने भी कहा भी मैं भी यही इच्छा रख के इत्थे आया हाँ। युधिष्ठिर दे जिहड़े बाकी चार भरा सी, अर्जन भीम नकुल सहदेव, इन्हों चौहीं तरफी भेजे। चारे तरफों के राजा जित करके वापस आए ते फिर आके कहा भी बाकी तो असी जिते आए हैं। पटने का राजा जिहड़ा जरासिंध है वो नहीं साथों जितया गया। ਉਹਨੂੰ ਮਰਵਾਉਣ ਵਾਸਤੇ ਕ੍ਰਿਸ਼ਨ ਜੀ ਇਹ ਅਰਜਨ ਤੇ ਭੀਮ ਸੈਨ ਨੂੰ ਨਾਲ ਲੈ ਕੇ ਬ੍ਰਾਹਮਣਾਂ ਦਾ ਭੇਖ ਜਿਹਾ ਬਣਾ ਕੇ ਬ੍ਰਾਹਮਣ ਜੇ ਬਣ ਕੇ ਉਹਦੇ ਸ਼ਹਿਰ ਵਿੱਚ ਪ੍ਰਵੇਸ਼ ਹੋ ਗਏ। ਜਿਸ ਵੇਲੇ ਇਹਨਾਂ ਵੱਲ ਨਹੀਂ ਦੇਖਿਆ ਤੇ ਰਾਜੇ ਨੇ ਸਮਝ ਲਿਆ ਵੀ ਇਹ ਬ੍ਰਾਹਮਣ ਤਾਂ ਹੈ ਨਹੀਂ ਹੈ, ਇਹ ਤਾਂ ਛਤਰੀ ਦਿਸਦੇ ਹੈ। ਕਿਉਂਕਿ ਹੱਥਾਂ ਉੱਪਰ ਓਟਣ ਜੇ ਪਏ ਹੋਏ ਸੀ। ਬਾਕੀ ਜਿਹੜਾ ਕੋਈ ਸਰੀਰ ਹੈ, ਜਿਹੜਾ ਕੋਈ ਕਸਰਤ ਕੁਸਰਤ ਕਰਦਾ ਹੈ, ਸ਼ਸਤਰ ਚਲਾਉਂਦਾ ਹੈ, ਉਹ ਨਵਾਂ ਨਰਵਾਜਾ ਹੋ ਹੀ ਜਾਂਦਾ ਹੈ। ਇਸ ਤਰ੍ਹਾਂ ਇਹਨੇ ਕਿਹਾ ਵੀ ਤੁਸੀਂ ਬ੍ਰਾਹਮਣ ਨਹੀਂ ਹੋ। ਕ੍ਰਿਸ਼ਨ ਜੀ ਨੇ ਕਹਿ ਦਿੱਤਾ ਵੀ ਹਾਂ ਤੂੰ ਬਿਲਕੁਲ 16 ਨੇ ਸੱਚ ਕਹਿੰਦਾ, ਮੈਂ ਦਵਾਰਕਪੁਰੀ ਦਾ ਮਾਲਕ ਹਾਂ। ਇਹ ਵੀ ਅਰਜਨ ਹੈ, ਭੀਮ ਸੈਨ ਹੈ, ਇਹਨਾਂ ਦੇ ਨਾਲ ਇੱਕ ਨਾਲ ਤੂੰ ਜੰਗ ਜੁੱਧ ਕਰ ਲੈ। ਉਸ ਵੇਲੇ ਇਸ ਨੇ ਕਿਹਾ ਵੀ ਇਹ ਕ੍ਰਿਸ਼ਨ ਤੂੰ ਤਾਂ ਆਪਜ ਪੁੱਜ ਗਿਆ ਸੀ, ਘਰ ਡਰਪੋਕ ਹੀ ਐਵੇਂ ਗੁਜ਼ਰ ਗਜਰ ਜਾਈ ਹੈ, ਤੂੰ ਤਾਂ ਮੇਰੇ ਬਰਾਬਰ ਦਾ ਹੈ ਨਹੀਂ। ਬਾਕੀ ਆ ਜਿਹੜਾ ਅਰਜਨ ਹੈ ਜੇ ਉਮਰ ਵਿੱਚ ਛੋਟਾ ਹੈ, ਬਾਲਕ ਹੀ ਹੈ। ਆ ਭੀਮ ਸੈਨ ਜਿਹੜਾ ਇਹ ਸ਼ਾਇਦ ਮੇਰੇ ਨਾਲ ਦੋ ਹੱਥ ਕਰ ਸਕੇ, ਪਰ ਮੈਂ ਆਪਣੇ ਬਰਾਬਰ ਦਾ ਤਾਂ ਇਹਨੂੰ ਨਹੀਂ ਸਮਝਦਾ। ਇਉਂ ਕਹਿ ਕੇ ਫਿਰ ਆਪਣੇ ਕੋਲੋਂ ਇੱਕ ਬੜੀ ਭਾਰੀ ਗੋਰੀ ਭੀਮ ਸੈਨ ਨੂੰ ਦੇ ਦਿੱਤੀ, ਕਾਪ ਲੈ ਲਈ ਹੈ। ਦਿਨੇ ਸਾਰੀ ਦਿਹਾੜੀ ਇੱਕ ਦੂਸਰੇ ਦੇ ਉੱਪਰ ਗੁਰਜ ਦੇ ਬਾਰ ਚਲਾਉਂਦੇ ਮਾਰਦੇ, ਰਾਤ ਨੂੰ ਉਹ ਸੌ ਜਾਂਦੇ ਨੇ। 27 ਦਿਨ ਤੱਕ ਇਹਨਾਂ ਦਾ ਗੁਰਜ ਦਾ ਜੰਗ ਜਿੰਦ ਹੁੰਦਾ ਰਿਹਾ। ਭੀਮ ਵਿਚਾਰਾ ਅੰਬ ਥੱਕ ਗਿਆ, ਬਲ ਹਾਰ ਗਿਆ। ਕ੍ਰਿਸ਼ਨ ਜੀ ਨੇ ਆਪਣੇ ਬਲ ਵੱਲੋਂ ਬਲ ਦਿੱਤਾ। ਇਹ ਫੇਰ ਕਿਹਾ ਵੀ ਹੁਣ ਤੂੰ ਮਾਰ ਦੇ, ਤੁਸੀਂ ਤਾਂ ਕਹਿੰਦੇ ਮਾਰ ਦੇ, ਇਹ ਤਾਂ ਮੇਰੇ ਉੱਤੇ ਹਾਵੀ ਹੁੰਦਾ ਹੋਣਾ। ਉਸ ਵੇਲੇ ਕ੍ਰਿਸ਼ਨ ਜੀ ਨੇ ਉਹ ਤੀਜਾ ਹੱਥਾਂ ਵਿੱਚ ਲੈ ਕੇ ਵਿਚਾਲਿਓਂ ਪਾੜਤਾ, ਚੀਰਤਾ, ਜਾਂ ਦਾਤਨ ਕਰ ਰਹੇ ਸੀ ਉਹ ਵਿਚਾਲੋਂ ਚੀਰਤੀ ਤੇ ਸਮਝਾਤਾ ਵੀ ਇਹ ਦੋ ਹਿੱਸਿਆਂ ਕਰਕੇ ਇਹ ਜਰਾਸਿੰਧ ਬਣਿਆ ਹੋਇਆ ਹੈ, ਇਹਨੂੰ ਵਿਚਾਲਿਆਂ ਜੋ ਚੀਰਦੇ ਮਰ ਜਾਊਗਾ। ਇਸ ਤਰ੍ਹਾਂ ਫਿਰ ਉਸਨੇ ਸਮਝ ਕੇ
ਉਹ ਇੱਕ ਪੈਰ ਉੱਪਰ ਹੇਠਾਂ ਜਿਹਾ ਪੈਰ ਜਿਹਾ ਦਬਾ ਕੇ, ਲੱਤ ਜੀ ਦਬਾ ਕੇ, ਦੂਜੇ ਦੋ ਹੱਥਾਂ ਨਾਲ ਬਸ ਤਾਂ ਨੂੰ ਖਿੱਚਦਾ। ਵਿਚਾਲੇ ਮੇਰਾ ਸੰਨ ਜਿਹਾ ਫਾੜ ਗਿਆ, ਬਸ ਸਦਾ ਦੀ ਨੀਂਦ ਸੌ ਗਿਆ, ਮਰ ਗਿਆ। ਇਹ ਸ਼ਨਾਈਆਂ ਤਾਂਸੇ ਨਗਾਰੇ ਵੱਜਣ ਲੱਗ ਪਏ। ਇਸ ਤਰ੍ਹਾਂ ਜਾਨੀ ਜਰਾਸੰਧ ਨੂੰ ਭੀਮਸੈਨ ਪਾਸੋਂ ਕ੍ਰਿਸ਼ਨ ਜੀ ਨੇ ਮਰਵਾਇਆ। ਥੋੜਾ ਜਿਹਾ ਪ੍ਰਸੰਗ ਜਾਣ ਦੇ ਵਿੱਚ ਉਹ ਫਰਕ ਨਾਲ ਕਿਹਾ ਭਾਗਵਤ ਪੁਰਾਣ ਵਿੱਚ। ਜਦੋਂ ਇਹ ਗਏ ਸੀ, ਜਿਹੜਾ ਕੋਈ ਰਾਜਧਾਨੀ ਦਾ ਦਰਵਾਜ਼ਾ ਹੈ ਉਹਦੇ ਵਿੱਚ ਹੀ ਨਹੀਂ ਗਏ ਸਨ। ਉਹ ਕਿਹਾ ਵੀ ਇੱਕ ਰਾਜੇ ਨੇ ਬਾਹਰਲੇ ਦਰਵਾਜ਼ੇ ਤੇ ਇੱਕ ਟੱਲ ਜਿਹਾ ਬਣਿਆ ਹੋਇਆ ਸੀ। ਜਦੋਂ ਕੋਈ ਬੈਰੀ ਆਉਂਦਾ ਸੀ ਉਹ ਟੱਲ ਆਪੇ ਕਹਿੰਦੇ ਖੜਕ ਪੈਂਦਾ ਸੀ, ਜਿਸ ਕਰਕੇ ਵੀ ਇਹਨੂੰ ਪਤਾ ਨਾ ਚੱਲ ਜੇ। ਫਿਰ ਕ੍ਰਿਸ਼ਨ ਜੀ, ਭੀਮਸੈਨ ਤੇ ਅਰਜਨ ਉਹ ਕਿਲੇ ਦੀ ਪਿਛਲੇ ਪਾਸੇ ਜਿਹੜੀ ਕੰਧ ਹੈ ਉਹ ਟੱਪ ਕੇ ਅੰਦਰ ਪ੍ਰਵੇਸ਼ ਹੋਏ ਸੀ। ਕਹਿੰਦੇ ਜਦੋਂ ਜਾ ਸਾਹਮਣੇ ਖੜੋਤੇ, ਫਿਰ ਕਹਿਣਾ ਵੀ ਤੁਸੀਂ ਕੌਣ ਹੈ? ਕਹਿੰਦਾ ਅਸੀਂ ਤੈਨੂੰ ਮਾਰਨ ਵਾਲੇ ਆ ਗਏ, ਤੇਰੇ ਵੈਰੀ ਦੁਸ਼ਮਣ, ਤਿਆਰ ਹੋ ਜਾ। ਕਹਿੰਦੇ ਫਿਰ ਤੁਸੀਂ ਉਹ ਸਾਹਮਣੇ ਦੀ ਦਰਵਾਜ਼ੇ 'ਚ ਕਿਉਂ ਨਾ ਆਏ? ਕਹਿੰਦੇ ਵੀ ਜਦੋਂ ਵੈਰੀ ਨੂੰ ਮਾਰਨਾ ਹੋਵੇ ਫਿਰ ਐਂ ਥੋੜ੍ਹਾ ਹੁੰਦਾ ਹੈ, ਜੋ ਢੰਗ ਤਰੀਕਾ ਹੁੰਦਾ ਉਹ ਅਗਲਾ ਕਰਦਾ ਮਾਰਨ ਲਈ। ਵੀ ਇਸ ਤਰ੍ਹਾਂ ਜਾਣੀਏ ਉਹ ਕਿਲੇ ਦੀ ਕੰਧ ਟੱਪ ਕੇ ਅੰਦਰ ਪ੍ਰਵੇਸ਼ ਹੋਏ ਸੀ। ਇੱਥੇ ਹੈ ਵੀ ਅੰਦਰ ਸਿੱਧੇ ਹੀ ਪ੍ਰਵੇਸ਼ ਹੋ ਗਏ। ਉਹਨੇ ਪਛਾਣ ਲਈ ਸਭਾ ਵਿੱਚ ਹੀ ਰੋ ਵਿਚਾਰ। ਉਹ ਜਿਵੇਂ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਇਸ ਪ੍ਰਸੰਗ ਦਾ ਉਲੱਥਾ ਕੀਤਾ, ਉਹ ਕੱਲ੍ਹ ਆਪਾਂ ਸੁਣਿਆ ਹੈ। ਇਹ ਤੋਂ ਬਾਅਦ ਫਿਰ ਜਿਹੜੇ ਕੋਈ ਜਰਾਸੰਧ ਰਾਜੇ ਨੇ ਰਾਜੇ ਕੈਦ ਕੀਤੇ ਹੋਏ ਸੀ, ਉਹਨਾਂ ਨੂੰ ਜਾ ਕੇ ਕ੍ਰਿਸ਼ਨ ਜੀ ਨੇ ਫਿਰ ਬੰਦ ਖਲਾਸੀ ਕਰਵਾਈ ਤੇ ਉਹਨਾਂ ਨੂੰ ਘਰੋਂ ਘਰੀ ਭੇਜਿਆ, ਰਾਜਧਾਨੀਆਂ ਵਿੱਚ ਭੇਜਿਆ। ਜੇ ਉਹ ਸਾਰੇ ਰਾਜੇ ਕ੍ਰਿਸ਼ਨ ਜੀ ਦਾ ਧੰਨਵਾਦ ਕਰਦੇ ਹੋਏ, ਖੁਸ਼ੀਆਂ ਆਨੰਦ ਮਨਾਉਂਦੇ ਹੋਏ ਆਪੋ ਆਪਣੇ ਘਰਾਂ ਨੂੰ, ਰਾਜਧਾਨੀਆਂ ਨੂੰ ਚਲੇ ਗਏ। ਉਹ ਪ੍ਰਸੰਗ ਸੁਖਦੇਵ ਮੁਨੀ ਨੇ ਜਿਵੇਂ ਪ੍ਰੀਸ਼ਤ ਰਾਜੇ ਨੂੰ ਸੁਣਾਇਆ ਸੀ, ਉਹ ਭਾਗਵਤ ਪੁਰਾਣ ਦੇ 10ਵੇਂ ਸਕੰਦ ਵਿੱਚ ਲਿਖਿਆ ਹੋਇਆ ਹੈ। ਉਸਦਾ ਲੱਥਾ ਗੁਰੂ ਕਲਗੀਧਰ ਜੀ ਨੇ ਜਿਵੇਂ ਆਪਣੀ ਬਾਣੀ ਰਾਹੀਂ ਕੀਤਾ ਹੈ। ਉਹ ਪ੍ਰਸੰਗ ਆਉਂਦਾ ਹੈ, ਉਹ ਜਿਵੇਂ ਆਉਂਦਾ ਆਪਾਂ ਸੁਣੀਏ ਜੀ। ਮਾਰ ਕੈ ਭੂਪ ਗਏ ਤੇ ਠਾਰ। ਜਿਹੜਾ ਪਟਨੇ ਦਾ ਰਾਜਾ ਜਰਾਸੰਧ ਹੈ, ਉਹਨੂੰ ਭੀਮਸੈਨ ਪਾਸੋਂ ਮਰਵਾ ਕੇ, ਉਹ ਮਾਰ ਕੇ ਫਿਰ ਉਸ ਜਗ੍ਹਾ ਚਲੇ ਗਏ ਹਨ। ਚਹ ਬਾਂਧੇ ਕਈ ਪੁੰਨ ਭੂਪ ਪਰੇ। ਜਿੱਥੇ ਜੇਲ੍ਹ ਦੇ ਵਿੱਚ ਕਈ ਬੰਨੇ ਹੋਏ ਰਾਜੇ ਪਏ ਹੋਏ ਸਨ, ਪੈਰਾਂ 'ਚ ਬੇੜੀਆਂ, ਹੱਥਾਂ 'ਚ ਹੱਥਕੜੀਆਂ ਲਾਈਆਂ, ਉਹ ਬੰਨੇ ਨੂੜੇ ਪਏ ਹਨ। ਜਿੱਥੇ ਕੈਦ ਵਿੱਚ ਰਾਜੇ, ਉੱਥੇ ਕ੍ਰਿਸ਼ਨ ਭਗਵਾਨ ਜੀ ਚਲੇ ਗਏ, ਜਾਨੀ ਜੇਲ੍ਹ ਖਾਨੇ ਵਿੱਚ ਪਹੁੰਚ ਗਏ ਹਨ। ਹਰ ਦੇਖਤ ਸ਼ੋਕ ਮਿਟੇ ਤਿੰਨ ਕੇ। ਉਹਨਾਂ ਰਾਜਿਆਂ ਨੇ ਜਦੋਂ ਕ੍ਰਿਸ਼ਨ ਭਗਵਾਨ ਨੂੰ ਦੂਰੋਂ ਦੇਖਿਆ, ਦੇਖਦਿਆਂ ਸਾਰ ਉਹਨਾਂ ਦੇ ਜਿਹੜੇ ਸ਼ੋਕ ਗਮ ਹੈ ਸਭ ਮਿਟ ਗਏ, ਖਤਮ ਹੋ ਗਏ। ਵੀ ਹੁਣ ਸਾਡੀ ਬੰਦ ਖਲਾਸੀ ਹੋ ਜਾਊਗੀ। ਇਤ ਸਿਆਮ ਜੁਕੇ ਦ੍ਰਿਗ ਲਾਜ ਭਰੇ। ਇਹ ਜ਼ਰ ਇਹਨਾਂ ਰਾਜਿਆਂ ਨੂੰ ਦੇਖ ਕੇ ਕ੍ਰਿਸ਼ਨ ਭਗਵਾਨ ਦੇ ਜਿਹੜੇ ਨੇਤਰ ਹੈ
ਬਹੁਤ ਹੀ ਸ਼ਰਮ ਨਾਲ ਭਰ ਗਏ ਹਨ, ਬਹੁਤ ਲਜਿਆ ਸਹਿਤ ਹੋਏ ਹਨ। ਬੰਧਨ ਜੇ ਤਿਕ ਥੇ ਤਿੰਨ ਕੇ, ਉਹਨਾਂ ਦੇ ਪੈਰਾਂ ਵਿੱਚ ਜਿੰਨੇ ਕੁ ਬੰਧਨ ਪਾਏ, ਬੇੜੀਆਂ ਬੂੜੀਆਂ ਪਾਈਆਂ ਹੋਈਆਂ ਸੀ, ਸਭ ਹੀ ਛਿਨ ਭੀਤਰ ਕਾਟ ਡਰੇ। ਉਹ ਸਾਰੇ ਛਿੰਦੇ ਵਿੱਚ ਹੀ ਕੱਟ ਕੇ ਸਿੱਟ ਦਿੱਤੇ ਹਨ। ਦਇ ਸ਼ੋਰ ਸਭੈ ਕਬ ਸ਼ਾਮ ਭਨੈ, ਸ਼ਾਮ ਕਵੀ ਕਹਿ ਰਿਹਾ ਸਾਰਿਆਂ ਨੂੰ ਛੁਡਾ ਦਿੱਤਾ ਹੈ। ਕਰਨਾ ਰਸ ਸੋ ਜਬ ਕਾਨ ਟਰੇ, ਜਦੋਂ ਕ੍ਰਿਸ਼ਨ ਭਗਵਾਨ ਜੀ ਕਰਨਾ ਰਸ ਵੀ ਢਲ ਗਏ, ਬਾਬਰ ਬਹੁਤ ਹੀ ਤਰਸ ਰਹਿਮ ਵਿੱਚ ਆ ਗਏ। ਸਵਈਆ ਬੰਧਨ ਕਾਟ ਸਭੈ ਤਿੰਨ ਕੇ, ਉਹਨਾਂ ਰਾਜਿਆਂ ਦੇ ਪੈਰਾਂ ਦੇ ਜਿਹੜੇ ਬੰਧਨ ਬੇੜੀਆਂ ਕੱਟ ਕੁੱਟ ਕੇ, ਤਿਨ ਕੋ ਬ੍ਰਿਜ ਨਾਇਕ ਐਸੇ ਉਚਾਰੋ। ਯਾਦ ਕਰਕੇ ਛੁਡਾ ਕਰਕੇ ਫਿਰ ਕ੍ਰਿਸ਼ਨ ਜੀ ਨੇ ਉਹਨਾਂ ਰਾਜਿਆਂ ਦੇ ਤਾਈਂ ਕਿਹਾ, ਆਨੰਦ ਚਿਤ ਕਰੋ ਆਪਣੇ ਆਪਣੇ, ਆਨੰਦ ਚਿੱਤ ਕਰੋ ਆਪਣੇ। ਤੁਸੀਂ ਵੀ ਆਪਣੇ ਚਿੱਤ ਵਿੱਚ ਆਨੰਦ ਧਾਰਨਾ ਕਰੋ। ਆਪਣੇ ਚਿੱਤ ਕੋ ਸਭ ਸ਼ੋਕ ਨਿਵਾਰੋ, ਆਪਣੇ ਚਿੱਤ ਦਾ ਜਿਹੜਾ ਕੋਈ ਸ਼ੋਕ ਗਮ ਹੈ ਉਹ ਵੀ ਦੂਰ ਕਰ ਦਿਓ, ਨਿਵਰਤ ਕਰ ਦਿਓ, ਖੁਸ਼ ਹੋਵੋ। ਰਾਜ ਸਮਾਜ ਜਿਤੋ ਤੁਮ ਜਾਏ ਕੈ, ਰਾਜ ਦਾ ਸਾਜੋ ਸਮਾਨ ਜਿੰਨਾ ਕੁ ਤੁਹਾਡਾ ਹੈ ਉਹ ਤੁਸੀਂ ਜਾ ਕੇ, ਸ਼ਾਮ ਭਨੈ ਧਨ ਧਾਮ ਸੰਭਾਰੋ। ਇਹ ਸ਼ਾਮ ਕਵੀ ਕਹਿ ਰਹੇ, ਕ੍ਰਿਸ਼ਨ ਜੀ ਕਹਿ ਰਹੇ ਉਹਨਾਂ ਨੂੰ, ਆਪਣਾ ਘਰ ਵੀ ਆਪਣਾ ਧਨ ਵੀ ਜਾ ਕੇ ਸੰਭਾਲੋ। ਹੁਣ ਸ੍ਰੀ ਬ੍ਰਿਜਨਾਥ ਕਹੀ ਤਿਹ ਕੋ, ਇਸ ਤਰ੍ਹਾਂ ਕ੍ਰਿਸ਼ਨ ਭਗਵਾਨ ਜੋ ਬਿਰਜ ਦੇ ਮਾਲਕ ਹੈ ਉਹਨਾਂ ਨੂੰ ਇਹ ਰਾਜਿਆਂ ਨੂੰ ਗੱਲ ਆਖੀ ਹੈ, ਤੁਮ ਆਪਣੇ ਆਪਣੇ ਦੇਸ਼ ਸਿਧਾਰੋ। ਵੀ ਆਪੋ ਆਪਣੇ ਦੇਸਾਂ ਵਿੱਚ ਇਲਾਕਾ ਰਾਜਧਾਨੀਆਂ ਵੀ ਤੁਸੀਂ ਚਲੇ ਜਾਓ। ਬੰਧਨ ਸ਼ੋਰ ਕਹਿਓ ਹਾਰਿਓ, ਉਹਨਾਂ ਦੇ ਪੈਰਾਂ 'ਚ ਬੰਧਨ ਜੇ ਛੁਡਾ ਕੇ ਖੋਲ ਕੇ ਕ੍ਰਿਸ਼ਨ ਜੀ ਨੇ ਉਹ ਕਿਹਾ ਹੈ। ਸਭ ਭੂਪਨ ਤੋ ਇਹ ਭਾਂਤ ਉਚਾਰੀ, ਸਾਰੇ ਰਾਜਿਆਂ ਨੇ ਤਦੋਂ ਸੁਣ ਕੇ ਇਸ ਤਰ੍ਹਾਂ ਗੱਲ ਆਖੀ ਹੈ। ਰਾਜ ਸਮਾਜ ਕਛੂ ਨਹੀਂ ਤੇਰੋ ਹੀ, ਮਹਾਰਾਜ ਕਹਿੰਦੇ ਜਿਹੜਾ ਰਾਜ ਦਾ ਸਾਜੋ ਸਮਾਨ ਹੈ ਇਹ ਤਾਂ ਕੁਝ ਨਹੀਂ ਸਾਡੇ ਲਈ, ਭਲਾ ਕੀ ਚੀਜ਼ ਹੈ। ਧਿਆਨ ਲਹੈ ਸੋ ਇਹ ਜੀ ਧਾਰੀ, ਅਸੀਂ ਤਾਂ ਆਪਣੇ ਦਿਲ ਵਿੱਚ ਇਹੀ ਧਾਰਨ ਕੀਤੀ ਵੇ, ਹੁਣ ਰਾਜ ਭਾਗ ਛੱਡ ਕੇ ਤੁਹਾਡਾ ਧਿਆਨ ਹੀ ਕਰਦੇ ਰਹੀਏ, ਤੁਹਾਡੇ ਵੀ ਧਿਆਨ ਲਾਈਏ। ਰਾਜ ਕਰੋ ਰੇ ਇਹ ਲਹ ਹੋ, ਹਾਂ ਇਸ ਤਰ੍ਹਾਂ ਭਗਵਾਨ ਨੇ ਕਿਹਾ ਵੀ ਇਹ ਤੁਸੀਂ ਜਾਣ ਕੇ ਰਾਜ ਭਾਗ ਕਰੋ। ਦੂਜਾ ਪਾਠ ਕਰੋੜ ਵੀ ਹੈ, ਰਾਜ ਕਰੋੜ ਇਹ ਲਹੋ ਵੀ ਜਿਹੜਾ ਅਸੀਂ ਜਿਹੜਾ ਕਰੋੜ ਤਰ੍ਹਾਂ ਦਾ ਰਾਜ ਹੀ ਅਸੀਂ ਜਾਣਦੇ ਸਮਝਦੇ ਹਾਂ। ਕਬ ਸ਼ਾਮ ਕਹਿਓ ਇਹ ਭਾਂਤ ਮੁਰਾਰੀ, ਸ਼ਾਮ ਕਵੀ ਜੀ ਕਹਿੰਦੇ ਇਸ ਤਰ੍ਹਾਂ ਉਹ ਮੁਰਾਰੀ ਕ੍ਰਿਸ਼ਨ ਜੀ ਨੂੰ ਇਹ ਰਾਜਿਆਂ ਨੇ ਕਿਹਾ ਹੈ ਵੀ ਜਿਹੜਾ ਤੁਹਾਡੇ ਵਿੱਚ ਧਿਆਨ ਲਾਉਣਾ ਹੈ ਇਹ ਤਾਂ ਕਰੋੜਾਂ ਰਾਜਾਂ ਰਾਜ ਵਰਗਾ ਹੈ, ਰਾਜ ਹੈ। ਜਾਂ ਕ੍ਰਿਸ਼ਨ ਜੀ ਨੇ ਕਿਹਾ ਵੀ ਜਾਣੋ ਤੁਸੀਂ ਬਈ ਤੁਸੀਂ ਰਾਜ ਭਾਗ ਜਾ ਕੇ ਕਰੋ, ਰਾਜ ਕਰੋ ਰੇ ਇਹ ਲਿਓ, ਰਾਜ ਜਾ ਕੇ ਰਾਜ ਭਾਗ ਕਰੋ ਜਾਣ ਕੇ। ਜੋ ਕ੍ਰਿਸ਼ਨ ਜੀ ਨੇ ਉਹਨਾਂ ਨੂੰ ਜਦੋਂ ਕਿਹਾ ਹੈ, ਉਹਨਾਂ ਨੇ ਉਹ ਗੱਲ ਮਾ ਕੇ ਅੱਗੋਂ ਕੀ ਕਿਹਾ ਉਹ ਕੀ ਪੰਕਤੀ ਵਿੱਚ ਬਿਆਨ ਕਰ ਰਹੇ। ਸੋ ਉਨ ਮਾਨ ਕਹੀ ਹਾਰਿਓ, ਉਹਨਾਂ ਨੇ ਇਹ ਕ੍ਰਿਸ਼ਨ ਜੀ ਦੀ ਗੱਲ ਮੰਨ ਕੇ ਫਿਰ ਅੱਗੋਂ ਇਹੋ ਆਖਿਆ ਭਗਵਾਨ ਨੂੰ, ਸੋ ਸਦਾ ਰਹੀਓ ਸੁਧ ਲੇਤ ਹਮਾਰੀ। ਮਾਰਾ ਤੁਹਾਡਾ ਬਚਨ ਮੰਨ ਕੇ ਆਪੋ ਆਪਣੀਆਂ ਰਾਜਧਾਨੀਆਂ ਨੂੰ ਅਸੀਂ ਚਲੇ ਜਾਂਦੇ ਹਾਂ, ਪਰ ਉੱਥੇ ਵੀ ਤੁਸੀਂ ਮਾਰਾ ਸਾਡੀ ਜਿਹੜੀ ਖਬਰ ਸਾਰ ਹੈ ਉਹ ਲੈਂਦੇ ਰਹਿਣਾ ਹੈ। ਇਤ ਸ੍ਰੀ ਬਚਿੱਤਰ ਨਾਟਕ ਗ੍ਰੰਥੇ ਕ੍ਰਿਸ਼ਨਾਵਤਾਰੇ ਜਰਾ ਸਿੰਧ ਕੋ ਬੱਧ ਕਰ, ਸਭ ਭੂਪਨ ਕੋ ਛੁਰਾਏ ਦਿੱਲੀ ਮੋ ਆਵਤ ਭਏ।
ਇਤੀ ਹੋਇਆ ਸੁਹਾਏ ਮਾਨ। ਵਿਚਿੱਤਰ ਤਰ੍ਹਾਂ ਤਰ੍ਹਾਂ ਦੇ ਨਾਟਕ ਪ੍ਰਸੰਗਾਂ ਵਾਲਾ ਗ੍ਰੰਥ ਕ੍ਰਿਸ਼ਨ ਅਵਤਾਰ ਵਾਲਾ, ਜਿਹਦੇ ਵਿੱਚ ਜਰਾਸੰਧ ਦਾ ਆਪ ਜੀ ਨੇ ਵੱਧ ਕੀਤਾ, ਵੱਧ ਮਾਰਨਾ ਕੀਤਾ, ਤੇ ਸਾਰੇ ਜਿਹੜੇ ਕੈਦ ਕੀਤੇ ਰਾਜਿਆਂ ਨੂੰ ਛੁਡਾਇਆ। ਉਦੋਂ ਬਾਅਦ ਜਿਵੇਂ ਦਿੱਲੀ ਵਿੱਚ ਆਏ, ਦਿੱਲੀ ਵਿੱਚ ਆ ਕੇ ਉੱਥੋਂ ਜਾ ਕੇ ਰਾਜਿਆਂ ਨੂੰ ਛੁਡਾਇਆ। ਇਹ ਪ੍ਰਸੰਗ ਇੱਥੇ ਇਤੀ ਹੋਇਆ, ਸੰਪੂਰਨ ਹੋਇਆ। ਅਥ ਰਾਜਸੂ ਜਗ ਸਿਸਪਾਲ ਵੱਧ ਕਥਨ। ਹੁਣ ਜਿਵੇਂ ਦਿੱਲੀ ਵਿੱਚ ਜਰਾਸੰਧ ਨੂੰ ਮਾਰ ਕੇ ਆ ਕੇ ਤੇ ਰਾਜਸੂ ਜਗ ਸ਼ੁਰੂ ਕੀਤਾ, ਤੇ ਇਸ ਤਰ੍ਹਾਂ ਜਿਹੜਾ ਉਹ ਸਿਸਪਾਲ ਸੀ, ਜਿਹੜਾ ਕ੍ਰਿਸ਼ਨ ਜੀ ਦਾ ਉਹ ਮਸੇਰਾ ਭਾਈ ਸੀ, ਕਿਉਂਕਿ ਵਸਤੇ ਦੀਆਂ ਦੋ ਭੈਣਾਂ ਸੀ। ਇੱਕ ਤਾਂ ਇਹ ਪੰਡੂ ਰਾਜੇ ਨੂੰ ਵਿਆਹੀ ਹੋਈ ਸੀ, ਜਿਹਦਾ ਨਾਂ ਸੀ ਕੁੰਤੀ। ਦੂਜਾ ਸੀ ਜਿਹੜਾ ਚੰਦੇਰੀ ਦਾ ਰਾਜਾ ਸੀ, ਜਿਹਦਾ ਇਹ ਪੁੱਤਰ ਅੱਗੇ ਸਿਸਪਾਲ ਸੀ। ਉਹ ਇਸ ਤਰ੍ਹਾਂ ਹੈ ਜਿਵੇਂ ਇਹਨੂੰ ਕਹਿੰਦੇ ਦਿੱਲੀ ਵਿੱਚ ਆ ਕੇ ਮਾਰਿਆ ਕ੍ਰਿਸ਼ਨ ਜੀ ਨੇ, ਕਿਉਂਕਿ ਕ੍ਰਿਸ਼ਨ ਜੀ ਦਾ ਸਭ ਤੋਂ ਵੱਡਾ ਦੁਸ਼ਮਣ ਸੀ। ਜਿਹੜਾ ਰੁਕਮਣੀ ਦਾ ਉਹ ਭਰਾ ਰੁਕਮਈ ਹੈ, ਉਹ ਚਾਹੁੰਦਾ ਸੀ ਵੀ ਇਹ ਸਿਸਪਾਲ ਨੂੰ ਮੈਂ ਆਪਣੀ ਭੈਣ ਵਿਆਹਾਂ। ਜਿਹੜਾ ਪਿਓ ਸੀ ਉਹ ਚਾਹੁੰਦਾ ਸੀ ਵੀ ਇਹਦੀ ਸ਼ਾਦੀ ਕ੍ਰਿਸ਼ਨ ਜੀ ਦੇ ਨਾਲ ਹੋਵੇ, ਰੁਕਮਣੀ ਦੇ। ਇਸ ਕਰਕੇ ਉਹ ਫਿਰ ਸੁਨੇਹਾ ਪੁੱਜਣ ਤੋਂ ਕ੍ਰਿਸ਼ਨ ਜੀ ਫਿਰ ਇਹ ਰੁਕਮਣੀ ਨੂੰ ਪੂਜਾ ਤੋਂ ਫੜ ਕੇ ਰਸ ਵਿੱਚ ਬਿਠਾ ਕੇ ਲੈ ਆਏ ਸਨ। ਉੱਥੋਂ ਫਿਰ ਇਹ ਪੱਕਾ ਦੁਸ਼ਮਣ ਬਣ ਗਿਆ ਵੀ ਜਿਸਨੂੰ ਮੈਂ ਵਿਆਹੁਣਾ ਸੀ ਇਹ ਕ੍ਰਿਸ਼ਨ ਲੈ ਗਿਆ ਹੈ, ਇਹਨੂੰ ਕਿਤੇ ਨਾ ਕਿਤੇ ਦੋ ਹੱਥ ਰੁਕਣੇ ਨੂੰ ਮਾਰਨਾ ਹੀ ਹੈ। ਉਹ ਕਹਿੰਦਾ ਜਿਵੇਂ ਜਿਹੜਾ ਆਪਣਾ ਸਿਸਕਾਲ ਹੈ, ਉਹ ਜਾਣੀ ਭੂਆ ਦਾ ਪੁੱਤਰ ਹੀ ਹੈ, ਸ਼ੇਰਾ ਭਰਾ ਹੈ, ਜਿਵੇਂ ਉਹਨੂੰ ਮਾਰਿਆ ਉਹ ਪ੍ਰਸੰਗ ਕਥਨ ਕਰ ਰਹੇ ਹਾਂ। ਉਤ ਸੀਸ ਵਈਆ ਉਤ ਸੀਸ ਨਿਵਾਏ ਗਏ ਨ੍ਰਿਪ ਧਾਮ। ਉਧਰ ਤਾਂ ਕ੍ਰਿਸ਼ਨ ਭਗਵਾਨ ਨੂੰ ਸਿਰ ਨਵਾ ਕੇ ਨਮਸਕਾਰਾਂ ਕਰਕੇ ਆਪੋ ਆਪਣੇ ਘਰਾਂ ਨੂੰ ਜੇਲ੍ਹ ਤੋਂ ਛੁੱਟ ਕੇ ਰਾਜੇ ਚਲੇ ਗਏ। ਪਿਤਾ ਜਦ ਰਾਏ ਦਿੱਲੀ ਮਹਿ ਆਇਓ। ਇਧਰ ਕ੍ਰਿਸ਼ਨ ਭਗਵਾਨ ਜੀ ਪਟਨੇ ਤੋਂ ਚੱਲ ਕੇ ਦਿੱਲੀ ਸ਼ਹਿਰ ਵਿੱਚ ਆ ਪਹੁੰਚੇ ਹਨ। ਭੀਮ ਕਹਿਓ ਸਭ ਭੇਦ ਸੋ ਮੈਂ। ਜਦੋਂ ਦਿੱਲੀ ਆਏ, ਜਿਹੜੇ ਬਾਕੀ ਭਰਾ ਸੀ, ਯੁਧਿਸ਼ਠਿਰ ਹੈ, ਨਕੁਲ ਹੈ, ਸਹਿਦੇਵ ਹੈ, ਉਹ ਤੇ ਅਰਜਨ ਹੈ, ਉਹਨੂੰ ਸਾਰਾ ਜਿਹੜਾ ਕੋਈ ਉਹ ਜਰਾਸੰਧ ਨੂੰ ਮਾਰਨ ਦਾ ਭੇਦ ਹੈ ਇਹ ਭੀਮ ਸੈਨ ਨੇ ਦੱਸਿਆ ਹੈ। ਬਲ ਆਹੀ ਤੇ ਪਾਏ ਕਸਤਰਹਿ ਕਾਇਓ। ਕਹਿੰਦੇ ਉਹ ਮੈਂ ਭੀਮ ਨੂੰ ਸਾਨੂੰ ਕੁਝ ਨਹੀਂ ਸੀ ਉਹ ਜਰਾਸੰਧ ਸਾਰੇ ਅੱਗੇ। ਇਹ ਤਾਂ ਇਹ ਕ੍ਰਿਸ਼ਨ ਜੀ ਦਾ ਬਲ ਪਾ ਕੇ ਜਿਹੜਾ ਸਭ ਤੋਂ ਸਾਡਾ ਵੱਡਾ ਬੈਰੀ ਸੀ ਜਰਾਸੰਧ, ਉਹਨੂੰ ਮੈਂ ਮਾਰ ਕੇ ਆਇਆ। ਇਹ ਤਾਂ ਕ੍ਰਿਸ਼ਨ ਜੀ ਨੇ ਮਰਵਾਇਆ ਹੈ। ਪਿਪਰ ਬੁਲਾਏ ਭਲੀ ਬਿਦ ਸੋ। ਉਦੋਂ ਬਾਅਦ ਚੰਗੇ ਤਰੀਕੇ ਨਾਲ ਜਾਨੀ ਸਤਿਕਾਰ ਨਾਲ ਬ੍ਰਾਹਮਣਾਂ ਨੂੰ ਬੁਲਾ ਲਿਆ, ਸੱਦ ਲਿਆ। ਫਿਰ ਰਾਜਸੂ ਔ ਇੱਕ ਜਗ ਮਚਾਇਓ। ਫਿਰ ਉਸ ਤੋਂ ਬਾਅਦ ਜਿਹੜਾ ਰਾਜਸੂ ਜਗ ਹੈ ਉਹ ਮਚਾਇਓ ਸ਼ੁਰੂ ਕਰ ਦਿੱਤਾ। ਰਾਜਸੂ ਜਗ ਕਰਨ ਵਿੱਚ ਮਚਾਇਓ ਤਦਾਕਾਰ ਹੋ ਗਏ ਹਨ। ਆਰੰਭ ਜਗ ਕੋ ਭਇਓ ਤਬ ਹੀ। ਨਹੀਂ, ਜਿਹੜਾ ਰਾਜਸੂ ਜਗ ਪ੍ਰਾਰੰਭ ਹੋ ਗਿਆ। ਜਸ ਦੁੰਦਬ ਜੋ ਬ੍ਰਿਜ ਨਾਥ ਬਜਾਇਓ। ਇਸ ਵੇਲੇ ਕ੍ਰਿਸ਼ਨ ਭਗਵਾਨ ਜੀ ਨੇ ਜਸ ਦਾ ਧੌਂਸਾ ਵਜਾਇਆ, ਖੜਕਾਇਆ ਜਰਾਸੰਧ ਨੂੰ ਮਰਵਾ ਕੇ। ਯੁਧਿਸ਼ਠਿਰ ਬਾਚ ਸਭਾ ਪ੍ਰਤ ਸਵਈਆ। ਸਭਾ ਵਿੱਚ ਬੈਠਿਆ ਹੋਇਆ ਜਿਵੇਂ ਯੁਧਿਸ਼ਠਿਰ ਰਾਜੇ ਨੇ ਗੱਲ ਆਖੀ ਉਹ ਕਥਨ ਕਰਦੇ ਹਨ। ਜੋਰ ਸਭਾ ਦਿਜ ਸ਼ਤਰਨ ਕੀ। ਉੱਥੇ ਬ੍ਰਾਹਮਣਾਂ ਦੀ ਤੇ ਛਤਰੀਆਂ ਦੀ ਜਿਹੜੀ ਸਭਾ ਜੁੜੀ ਹੋਈ ਹੈ,
ਇਕੱਠ ਹੋਇਆ ਹੈ। ਪ੍ਰਿਥਮੈ ਨਿਰਭਯੋ ਕਹਿਓ ਕੌਣ ਮਨਈਐ। ਉਸ ਵੇਲੇ ਯੁਧਿਸ਼ਠਰ ਰਾਜੇ ਨੇ ਕਿਹਾ, ਇਹ ਛਤਰੀਓ ਬ੍ਰਾਹਮਣੋ ਤੁਸੀਂ ਬੈਠੇ ਹੋਏ ਹੋ, ਹੁਣ ਸਾਰਿਆਂ ਤੋਂ ਪਹਿਲਾਂ ਕਿਹਨੂੰ ਆਪਾਂ ਮਨਾਈਏ ਪੂਜੀਏ, ਹੀਰੇ ਦੇ ਮੱਥੇ ਤੇ ਤਿਲਕ ਲਾਈਏ, ਕਿਹੜੀ ਛਤਰ ਛਾਇਆ ਹੇਠੇ ਜਗ ਜੁਗ ਜਾ ਸ਼ੁਰੂ ਹੋਊਗਾ ਜਿਹੜਾ ਕੋਈ ਬਲੀ ਹੈ। ਹੁਣ ਤਾਂ ਹੁਣ ਭੀਮ ਸੈਨ ਹੀ ਮਾਰ ਕੇ ਆਇਆ। ਭੀਮ ਸੈਨ ਕਹਿੰਦਾ ਮਰਵਾਇਆ ਕ੍ਰਿਸ਼ਨ ਜੀ ਨੇ ਬਲ ਦੇ ਕੇ। ਉਹ ਛਤਰੀਆਂ ਬ੍ਰਾਹਮਣਾਂ ਨੂੰ ਪੁੱਛਦਾ ਵੀ ਸਭ ਤੋਂ ਪਹਿਲਾਂ ਹੁਣ ਕਿਹਨੂੰ ਮਨਾਈਏ ਪੂਜੀਏ, ਕਿਹਨੂੰ ਮੁਖੀ ਮੰਨੀਏ ਆਪਾਂ। ਕੋਇ ਲਾਇਕ ਵੀਰ ਇਹਾ। ਸਾਡੇ ਵਿੱਚੋਂ ਕਹਿੰਦੇ ਇੱਥੇ ਕਿਹੜਾ ਭਰਾ ਵੀ ਸੂਰਵੀਰ ਜੋਗ ਹੈ, ਜਿਹ ਭਾਲ ਮੈਂ ਕੁੰਕਮ ਅਛਤ ਲਈਐ। ਜਿਹੜਾ ਸਭ ਤੋਂ ਵੱਡਾ ਮਹਾਨ ਸੂਰਵੀਰ ਜਾਣ ਕੇ ਉਹਦੇ ਮੱਥੇ ਤੇ ਕੇਸਰ ਦਾ ਤਿਲਕ ਵੀ ਆਪਾਂ ਲਾ ਦਈਏ। ਬੋਲ ਉਠਿਓ ਸਹਿਦੇਵ ਤਬੈ। ਬਾਕੀ ਤਾਂ ਚੁੱਪ ਬੈਠੇ ਆ। ਜਿਹੜਾ ਪਾਂਡਵਾਂ ਵਿੱਚੋਂ ਸਹਦੇਵ ਸੀ ਇਹਨਾਂ ਦਾ ਭਰਾ, ਉਹ ਕਹਿੰਦੇ ਝੱਟ ਹੀ ਬੋਲ ਉਠਿਆ। ਬ੍ਰਿਜ ਨਾਇਕ ਲਾਇਕ ਯਾਹ ਚੜਈਐ। ਯੁਧਿਸ਼ਠਿਰ ਭਰਾ ਹੋਰ ਕਿਹੜਾ ਯੋਗ ਹੋਣਾ ਹੈ। ਜਿਹੜਾ ਬ੍ਰਿਜ ਦਾ ਮਾਲਕ ਕ੍ਰਿਸ਼ਨ ਭਗਵਾਨ ਹੈ, ਇਹੀ ਸਭ ਤੋਂ ਪੂਜਨੇ ਯੋਗ ਹੈ। ਇਹਦੇ ਮੱਥੇ ਤੇ ਤਿਲਕ ਲਾਣਾ ਚਾਹੀਦਾ। ਸ੍ਰੀ ਬ੍ਰਿਜਨਾਥ ਸਹੀ ਪ੍ਰਭ ਹੈ। ਕਿਉਂਕਿ ਜੋ ਬ੍ਰਿਜ ਦੇ ਮਾਲਕ ਨੀਚੇ ਕਰਕੇ ਮਾਲਕ ਹਨ। ਕਬ ਸ਼ਾਮ ਭਨੈ ਜਿਹ ਕੇ ਬਲ ਜਈਐ। ਸ਼ਾਮ ਕਵੀ ਜੀ ਕਹਿੰਦੇ ਸਹਦੇਵ ਨੇ ਕਿਹਾ ਵੀ ਇਹਨਾਂ ਤੋਂ ਤਾਂ ਬਲਹਾਰ ਕੁਰਬਾਨਾ ਜਾਣਾ ਚਾਹੀਦਾ ਹੈ। ਜਾਹੀ ਕੀ ਸੇਵ ਸਦਾ ਕਰੀਐ। ਸਹਦੇਵ ਨੇ ਕਿਹਾ ਵੀ ਹੈ ਭਰਾਵੋ, ਹੈ ਛਤਰੀਓ ਬ੍ਰਾਹਮਣੋ, ਇਸ ਕ੍ਰਿਸ਼ਨ ਜੀ ਦੀ ਹਮੇਸ਼ਾ ਸੇਵਾ ਕਰਨੀ ਚਾਹੀਦੀ ਹੈ। ਮਨ ਔਰ ਨ ਕਾਜਨ ਮੈਂ ਉਰਜਈਐ। ਆਪਣਾ ਜਿਹੜਾ ਮਨ ਹੈ ਹੋਰ ਸੰਸਾਰੀ ਕੰਮਾਂ ਵਿੱਚ ਨਹੀਂ ਫਸਾਉਣਾ, ਉਲਝਾਉਣਾ ਚਾਹੀਦਾ ਹੈ। ਸ਼ੋਰ ਜੰਜਾਰ ਸਭੈ ਗ੍ਰਹਿ ਕੇ। ਜਿੰਨੇ ਘਰ ਦੇ ਜੰਜਾਲ ਹੈ ਕੰਮ ਧੰਦੇ, ਉਹਨਾਂ ਨੂੰ ਛੱਡ ਕੇ ਮੋਹ ਮਮਤਾ ਨੂੰ ਛੱਡ ਗਏ। ਤਿਹ ਧਿਆਨ ਕੇ ਭੀਤਰ ਚਿੱਤ ਲਗਈਐ। ਭਗਵਾਨ ਦੇ ਜੀ ਆਪਣਾ ਮਨ ਚਿੱਤ ਧਿਆਨ ਵਿੱਚ ਲਗਾਉਣਾ ਚਾਹੀਏ। ਚਾਹੇ ਕੋ ਭੇਦ ਪੁਰਾਤਨ ਤੇ ਪੁਰਾਨਨ ਤੇ। ਜਿਹਦਾ ਜਿਹੜਾ ਭੇਦ ਹੈ, ਜਿਹੜੇ 18 ਪ੍ਰਾਣ ਪੁਰਾਣ ਆਦਿਕ ਹਨ। ਮਤ ਸਾਧਨ ਬੇਦਨ ਤੇ ਕਛ ਪਈਐ। ਜਿਹੜੇ ਕੋਈ ਸਾਧੂਆਂ ਦਾ ਮਤ ਹੈ, ਪ੍ਰਾਣਾਂ ਦਾ ਮਤ ਹੈ, ਵੇਦਾਂ ਦਾ ਮਤ ਹੈ, ਸਿਧਾਂਤ, ਉਥੋਂ ਥੋੜਾ ਬਹੁਤਾ ਕੁਝ ਪਾਈ ਦਾ ਭੇਦ। ਤਾਹੀ ਕੋ ਸ਼ਾਮ ਭਨੈ ਪ੍ਰਥਮੈ। ਸ਼ਾਮ ਕਵੀ ਕਹਿੰਦੇ ਐ ਸਹਦੇਵ ਕਹਿੰਦਾ ਸਭ ਤੋਂ ਪਹਿਲਾਂ ਉੱਠ ਕੇ ਕਿਉ ਨ ਕੁੰਕਮ ਭਾਲ ਲਗਈਐ। ਯੁਧਿਸ਼ਠਿਰ ਰਾਜਾ ਸਾਡੇ ਭਰਾ ਉੱਠ ਕੇ ਸਭ ਤੋਂ ਪਹਿਲਾਂ ਇਹਨਾਂ ਦੇ ਮੱਥੇ ਤੇ ਤਿਲਕ ਕਿਉਂ ਨਾ ਲਗਾਈਏ, ਲਗਾਓ ਛੇਤੀ ਦੇ ਕੇ। ਯੋ ਜਬ ਬੈਨ ਕਹੈ ਸਹਦੇਵ ਤੇ। ਜਿਵੇਂ ਪੰਜੇ ਪਾਂਡਵਾਂ ਦਾ ਭਰਾ ਜਿਹੜਾ ਸਹਦੇਵ ਨੇ ਜਦੋਂ ਵਚਨ ਕਹੇ ਹੈ, ਭੂਪਤ ਕੇ ਮਨ ਮੈਂ ਸੱਚ ਆਇਓ। ਜਿਹੜਾ ਯੁਧਿਸ਼ਠਿਰ ਰਾਜਾ ਇਹਦੇ ਮਨ ਵਿੱਚ ਵੀ ਸਹਦੇਵ ਭਰਾ ਦਾ ਵਚਨ ਚੰਗਾ ਲੱਗਿਆ, ਪਾਇਆ ਵੀ ਠੀਕ ਕਹਿੰਦਾ ਹੈ। ਸ੍ਰੀ ਬ੍ਰਿਜ ਨਾਇਕ ਕੋ ਮਨ ਮੈਂ। ਉਸੇ ਵੇਲੇ ਜੋ ਬ੍ਰਿਜ ਦੇ ਮਾਲਕ ਹੈ ਉਹਨਾਂ ਨੂੰ ਮਨ ਦੇ ਵਿੱਚ ਕਬ ਸ਼ਾਮ ਸਹੀ ਪ੍ਰਭ ਕੈ ਠਹਿਰਾਇਓ। ਕਵੀ ਕਹਿੰਦੇ ਯੁਧਿਸ਼ਠਿਰ ਨੇ ਮਨ ਦੇ ਵਿੱਚ ਵੀ ਸਹੀ ਨੀਚੇ ਕਰਕੇ ਜਥਾਰ ਤੇ ਸਾਡੇ ਮਾਲਕ ਹਨ। ਕੁੰਕਮ ਅਛਤ ਭਾਂਤ ਭਲੀ। ਉਸ ਵੇਲੇ ਕੇਸਰ ਅਤੇ ਚੌਰ ਚੰਗੇ ਤਰੀਕੇ ਨਾਲ ਕਰ ਬੇਦਨ ਕੀ ਧੁਨ ਭਾਲ ਚੜਾਇਓ। ਵੇਦਨਾ ਤੇ ਧੁਨੀ ਜੀ ਕਰਕੇ ਵੇਦ ਮੰਤਰ ਜੇ ਪੜ ਕੇ ਮੱਥੇ ਤੇ ਜਿਹੜਾ ਕੇਸਰ ਦਾ ਤਿਲਕ ਚੜਾ ਦਿੱਤਾ, ਟਿੱਕਾ ਲਾ ਦਿੱਤਾ। ਬੈਠੋ ਹੋ ਤੋ ਸਸਪਾਲ ਤਹਾਂ। ਉੱਥੇ ਚੰਦੇਰੀ ਦਾ ਰਾਜਾ ਜਿਹੜਾ ਇਹ ਕ੍ਰਿਸ਼ਨ ਜੀ ਦਾ ਮਸੇਰਾ ਭਰਾ ਹੈ, ਮੇਰੇ ਵਾਲਾ ਪੁੱਤ ਹੈ, ਉਹ ਸਸਪਾਲ ਬੈਠਾ ਹੋਇਆ ਸੀ, ਸਭ ਤੋਂ ਵੱਡਾ ਬੈਰੀ ਦੁਸ਼ਮਣ। ਅਤ ਸੋ ਆਪਣੇ ਮਨ ਬੀਚ ਰਸਾਇਓ। ਉਹ ਜਦੋਂ ਕ੍ਰਿਸ਼ਨ ਜੀ ਦੇ ਮੱਥੇ ਤੇ ਯੁਧਿਸ਼ਠਿਰ ਨੇ ਤਿਲਕ ਜਿਹਾ ਲਾਤਾ ਤੇ ਸਹਦੇਵ ਨੇ ਕਿਹਾ ਸਭ ਤੋਂ ਬਲੀ ਸੂਰਬੀਰ ਇਹ ਕ੍ਰਿਸ਼ਨ ਹੈ,
ਇਹ ਬਹੁਤ ਕਹਿੰਦੇ ਆਪਣੇ ਮਨ ਵਿੱਚ ਗੁੱਸੇ ਹੋਇਆ ਹੈ। ਸਿਸਪਾਲ ਬਾਚ ਸਵਈਆ। ਇਹ ਗੁੱਸੇ ਵਿੱਚ ਆ ਕੇ ਸਿਸਪਾਲ ਨੇ ਬਚਨ ਕਿਹਾ, ਉਹ ਬਿਆਨ ਕਰ ਰਹੇ, ਵੀਰ ਵੱਡੋ ਹਮ ਸੋ ਤਜ ਕੈ। ਕਹਿੰਦੇ ਉਹ ਮੇਰੇ ਵਰਗਾ ਸਭ ਤੋਂ ਵੱਡਾ ਜਿਹੜਾ ਸੂਰਬੀਰ ਬਹਾਦਰ ਨੂੰ ਛੱਡ ਕੇ ਇਹ ਕਾਜ ਇਹ ਕੁੰਕਮ ਭਾਲ ਚੜਾਇਓ। ਆਹ ਕਿਆ ਚੀਜ਼ ਹੈ? ਕ੍ਰਿਸ਼ਨ ਕਹਿੰਦੇ ਜਿਹਦੇ ਮੱਥੇ ਤੁਸੀਂ ਕੇਸਰ ਦਾ ਤਿਲਕ ਜਾ ਚੜਾਤਾ, ਕੇਸਰ ਦਾ ਤਿਲਕ ਜਾ ਲਾਤਾ ਹੈ। ਗੋਕਲ ਗਾਉ ਕੇ ਬੀਚ ਸਦਾ। ਕਹਿੰਦੇ ਤੁਸੀਂ ਜਾਣਦੇ ਹੋ ਜਿਹੜੀ ਗੋਕੁਲਪੁਰੀ ਉਹਦੇ ਵਿੱਚ ਹਮੇਸ਼ਾ ਹੀ ਤਿੰਨ ਗਵਾਰਨ ਸੋ ਮਿਲ ਗੋਰ ਸਿਖਾਇਓ। ਕਹਿੰਦੇ ਬਾਕੀ ਗਵਾਲਿਆਂ ਨਾਲ ਮਿਲ ਕੇ ਲੋਕਾਂ ਦੇ ਘਰਾਂ ਵਿੱਚ ਐਵੇਂ ਝੂਠਾ ਕਹਿੰਦੇ ਮੱਖਣ ਆਪੋ ਵਿੱਚ ਹੀ ਖਾਂਦੇ ਰਹੇ ਹੈ। ਗੋ ਰਸ, ਗਊ ਦਾ ਰਸ ਦੁੱਧ ਵੀ ਹੁੰਦਾ, ਗਊ ਦੇ ਰਸ ਤੋਂ ਗੋਰਸ ਦਾ ਮੱਖਣ ਵੀ ਹੁੰਦਾ ਹੈ, ਦਹੀਂ ਵੀ ਹੋ ਜਾਂਦਾ। ਵੀ ਇਹ ਗਵਾਲਿਆਂ ਨਾਲ ਮਿਲ ਕੇ ਘਰਾਂ ਵਿੱਚ ਝੂਠਾ ਮੱਖਣ ਆਪੋ ਵਿੱਚ ਹੀ ਖਾਂਦੇ ਰਹੇ। ਔਰ ਸੁਨੋ ਡਰ ਸਤਰਨ ਕੇ। ਕਹਿੰਦੇ ਹੋਰ ਠਰੋ ਜਿਹੜਾ ਕੋਈ ਬੈਰੀ ਜਰਾਸੀਂ ਸੀ ਉਹਦੇ ਡਰ ਕਰਕੇ ਗਇਓ ਦਵਾਰ ਬਤੀ ਭਜ ਪ੍ਰਾਨ ਬਚਾਇਓ। ਕਹਿੰਦੇ ਮਥੁਰਾ ਤੋਂ ਭੱਜ ਕੇ ਦਵਾਰਕਾਪੁਰੀ ਚਲਿਆ ਗਿਆ। ਉੱਥੇ ਇਹਨੇ ਕਹਿੰਦੇ ਡਰਪੋਕ ਨੇ ਆਪਣੇ ਪ੍ਰਾਣ ਬਚਾਏ, ਜਾਨ ਬਚਾਈ ਹੈ। ਐਸੇ ਸੁਨਾਏ ਕਹੀ ਬਤੀਆ। ਇਸ ਤਰ੍ਹਾਂ ਦੀ ਸਿਸਪਾਲ ਨੇ ਗੱਲ ਸਾਰਿਆਂ ਨੂੰ ਸੁਣਾ ਕੇ ਆਖੀ ਹੈ। ਅਰ ਕੋ ਪਹਿ ਸੋ ਅਤ ਹੀ ਭਰ ਆਇਓ। ਬਹੁਤ ਹੀ ਗੁੱਸੇ ਵਿੱਚ ਵੀ ਭਰਿਆ ਆਇਆ ਹੈ। ਸਵਈਆ ਬੋਲਤ ਭਇਓ ਸਸਪਾਲ ਤਬੈ। ਫਿਰ ਗੁੱਸੇ ਵਿੱਚ ਭਰਿਆ ਹੋਇਆ ਸਸਾਰ ਬੋਲ ਪਿਆ ਹੈ। ਸੋ ਸੁਨਾਏ ਸਭਾ ਸਭ ਕ੍ਰੋਧ ਵਢੈ ਕੈ। ਬੜਾ ਗੁੱਸਾ ਜਾ ਬੁਲਾ ਕੇ ਸਾਰੀ ਸਭਾ ਨੂੰ ਇਹਨੇ ਸੁਣਾਇਆ ਹੈ। ਕੋਪ ਭਰਿਓ ਉਠ ਠਾਡੋ ਭਇਓ। ਗੁੱਸੇ ਵਿੱਚ ਭਰਿਆ ਹੋਇਆ ਉੱਠ ਕੇ ਸਸਪਾਲ ਖੜਾ ਹੋ ਗਿਆ। ਸੋ ਗ੍ਰੇਸ਼ਟ ਗਦਾ ਕਰ ਭੀਤਰ ਲੈ ਕੇ। ਤੇ ਆਪਣੇ ਹੱਥ ਵਿੱਚ ਭਾਰੀ ਜਿਹੜੀ ਗਦਾ ਜੀ ਨੇ ਲੈ ਲਈ ਹੋਈ ਹੈ। ਗੁਜਰ ਹੋਏ ਜਦ ਰਾਏ ਕਹਾਵਤ। ਉਸ ਵੇਲੇ ਕਹਿੰਦੇ ਉਹ ਗੁਜਰਾਂ ਦਾ ਪੁੱਤ ਹੋ ਕੇ ਯਾਦਮਾਂ ਦਾ ਰਾਜਾ ਤੂੰ ਕੌਣ ਹੈ? ਗਾਰੀ ਦਈ ਦਉ ਨੈਣ ਨਚੈ ਕੇ। ਦੋਵੇਂ ਨੇਤਰਾਂ ਨਾਲ ਤਾੜ ਕੇ ਨਾ ਤੇ ਫਿਰ ਬੜੀਆਂ ਗਾਲਾਂ ਦਿੱਤੀਆਂ ਇਹ ਕ੍ਰਿਸ਼ਨ ਜੀ ਨੂੰ ਇਸ ਸਪਾਲ ਨੇ। ਸੋ ਸੁਨ ਫੂਫੀ ਕੇ ਬੈਨ ਚਿਤਾਰ। ਓਏ ਇਸ ਤਰ੍ਹਾਂ ਇਸ ਸਪਾਲ ਦੀਆਂ ਗਾਲਾਂ ਜੀਆਂ ਸੁਣ ਕੇ, ਬਚਨ ਸੁਣ ਕੇ ਜਿਹੜੇ ਭੂਆ ਕੁੰਤੀ ਸੀ ਉਹਦੇ ਬਚਨ ਸੀ ਉਹ ਚਿੱਤ ਵਿੱਚ ਕ੍ਰਿਸ਼ਨ ਜੀ ਨੇ ਧਾਰਨ ਕੀਤੇ ਹੋਏ ਸੀ। ਰਹਿਓ ਬ੍ਰਿਜ ਨਾਇਕ ਜੂ ਚੁੱਪ ਹੋਇ ਕੈ। ਹਾਂ ਕ੍ਰਿਸ਼ਨ ਜੀ ਆਪਣੇ ਭੂਆ ਦੇ ਬਚਨਾਂ ਨੂੰ ਚੇਤੇ ਰੱਖ ਕੇ ਚੁੱਪ ਹੋ ਰਿਹਾ। ਕ੍ਰਿਸ਼ਨ ਜੀ ਨੂੰ ਭੂਆ ਨੇ ਪਹਿਲਾਂ ਕਹਿ ਦਿੱਤਾ ਸੀ ਹੁਣ ਰਾਜਸੂ ਜੱਗ ਵਿੱਚ ਤੇ ਜਿਹੜਾ ਚੰਦੇਰੀ ਦਾ ਰਾਜਾ ਸਿਸਪਾਲ ਆਊਗਾ ਤੁਸੀਂ ਜਾਣਦੇ ਹੀ ਹੋ। ਉਹਦੀ ਜਿਹੜੀ ਵਿਆਂਦਰ ਨੂੰ ਤੁਸੀਂ ਲੈ ਕੇ ਆਏ ਰੁਕਮਣੀ ਨੂੰ, ਉਹ ਕਾ ਭਾਰਾ ਹੋ ਤੁਹਾਨੂੰ ਗਲਾਂ ਗੁਣਾਈਆਂ ਕੱਢੂਗਾ। ਜੇ ਕ੍ਰਿਸ਼ਨ ਆ ਤੁਹਾਨੂੰ ਉਹ 100 ਗਾਲ ਵੀ ਕੱਢੇ ਤੁਸੀਂ ਨਹੀਂ ਕੋਈ ਅੱਗੋਂ ਉੱਤਰ ਦੇਣਾ ਹੈ। ਉਹ ਕੁੰਤੀ ਭੂਆ ਨੇ ਕ੍ਰਿਸ਼ਨ ਜੀ ਨੂੰ ਪਹਿਲਾਂ ਕਿਹਾ ਸੀ। ਉਹ ਵਚਨ ਭੂਆ ਦੇ ਚੇਤੇ ਰੱਖ ਕੇ ਇਹ ਗਾਲਾਂ ਕੱਢੀ ਗਿਆ ਤੇ ਕ੍ਰਿਸ਼ਨ ਜੀ ਚੁੱਪ ਹੋ ਕੇ ਬੈਠੇ ਰਹੇ। ਚੌਪਈ ਫੂਫੀ ਬਚਨ ਚਿਤ ਹਰ ਧਰਿਓ। ਕਿਉਂਕਿ ਕ੍ਰਿਸ਼ਨ ਜੀ ਨੇ ਆਪਣੇ ਭੂਆ ਕੁੰਤੀ ਦੇ ਬਚਨਾਂ ਚਿਤ ਵਿੱਚ ਧਾਰਿਆ ਵੀ ਜੇ 100 ਗਾਲ ਕੱਢੇ ਤੁਸੀਂ ਨਹੀਂ ਬੋਲਣਾ ਹੈ। ਸਤ ਗਾਰਨ ਲੋ ਕ੍ਰੋਧ ਨ ਭਰਿਓ। ਹਾਂ 100 ਗਾਲ ਤੱਕ ਤਾਂ ਕ੍ਰਿਸ਼ਨ ਜੀ ਬਿਲਕੁਲ ਗੁੱਸੇ ਵਿੱਚ ਭਰੇ ਨਹੀਂ ਹੈ, ਸ਼ਾਂਤ ਹੋ ਕੇ ਬੈਠੇ ਰਹੇ। ਸੋਭਾ ਠਾਡ ਬਾਰ ਤਰਾਸ ਨ ਕੀਨੋ। ਉਧਰ ਉਹ ਵੀ ਕਹਿੰਦੇ ਹੁਣ ਖੜਾ ਹੋ ਗਿਆ, ਬਲ ਨਾਲ ਕੋਈ ਉਹਨੇ ਡਰ ਨਹੀਂ ਕੀਤਾ। ਸੋ ਆਬ ਇਉਂ ਅਰਥ ਵਾਸਤੇ ਆਬ ਬਣ ਜਾਊਗਾ। ਉਹ ਪਾਠ ਸੋ ਵੀ ਹੈ ਜਾਨੀ ਅਰਥ ਵਾਸਤੇ ਇਹਦੇ ਵਿੱਚੋਂ ਆੜਾ ਕੱਢਣਾ। ਸੋ ਆਬ ਠਾੜ ਇਸ ਤਰ੍ਹਾਂ ਬਲ ਵਾਲਾ ਜਿਹੜਾ ਸਿਸਪਾਲ ਖੜਾ ਹੋ ਗਿਆ ਉਹਨੇ ਕੋਈ ਡਰ ਨਹੀਂ ਕੀਤਾ ਹੈ। ਤਬ ਜਦ ਵੀਰ ਚੱਕਰ ਕਰ ਲੀਨੋ। ਜਦੋਂ ਸਿਸਪਾਲ ਖੜੋਤਾ ਦੇਖਿਆ ਗਾਲਾਂ ਕੱਢਦਾ ਵੀ ਤਾਂ ਹੁਣ 100 ਤੋਂ ਉੱਪਰ ਚਲਿਆ ਗਿਆ, ਹਟਦਾ ਹੀ ਨਹੀਂ ਹੈ।
कृष्ण जी ने हाथ में चक्र फड़ लिया है। कानजू बाच सवैया, कृष्ण जी ने फिर शिषपाल ਨੂੰ बचन किया, सवैया लैकर चक्र भयो उठ ठाड़। कृष्ण जी अपने हत्था में चक्र लेके खड़िया हो गए। सो यो तिह सौ रिस बात कही, ਉਹ ਜਿਹੜਾ शिषपाल ਸੀ ਉਹਨੂੰ ਬਹੁਤ ਗੁੱਸੇ ਵਿੱਚ ਆ ਕੇ ਇਸ ਤਰ੍ਹਾਂ ਦੀ ਗੱਲ ਆਖੀ। फुन फूफी के बैन चितै अब लो, ਕਹਿੰਦੇ ਉਹ ਸੁਣ ਲਾ ਸਿਰਵੈਲ, ਮੈਂ ਤਾਂ ਜਿਹੜੀ ਆਪਣੀ ਭੂਆ ਦੇ ਬਚਨਾਂ ਨੂੰ ਕਹਿੰਦੇ ਇਸ ਤਰ੍ਹਾਂ ਚਿੱਤਾ ਪਾਠ ਦੇ चितै अब लो। ਇੱਥੇ ਤੁਮੈ ਪਾਠ ਕੀਤਾ ਹੈ। ਫੁਨ ਫੂਫੀ ਕੀ ਬੈਨ ਤੁਮੈ ਅਬ ਲੋ। ਆ ਜਿਹੜੇ ਭੂਆ ਦੇ ਬਚਨ ਸੀ ਉਹਨਾਂ ਕਰਕੇ ਵੀ ਤੁਮੈ ਅਬ ਲੋ, ਹੁਣ ਤੱਕ ਤੈਨੂੰ तुह नास कियो नहीं मोन गही, ਜਿਹੜੀ ਦੂਜਾ ਪਾਠ ਚਿਤਾ ਹੈ ਮੁੱਖ ਪਾਠ ਤੁਮੈ ਹੈ। ਹੁਣ ਬੂਪੀ ਕੇ ਬੈਨ ਤੁਮੈ ਅਬ ਲੋ, ਕਹਿੰਦੇ ਭੂਆ ਦੇ ਬਚਨ ਸੀ ਉਹਦੇ ਕਰਕੇ ਹੁਣ ਤੱਕ ਤੁਹ ਨਾਸ ਕੀਓ ਨਹੀਂ ਮੋਨ ਗਈ, ਤੈਨੂੰ ਨਾਸ ਨਹੀਂ ਕੀਤਾ, ਮੈਂ ਚੁੱਪ ਧਾਰਨ ਕੀਤੀ ਹੋਈ ਸੀ। ਜਾਂ ਫੁਨ ਬੂਪੀ ਕੇ ਬੈਨ ਚਿਤਾ ਅਬ ਲੋ, ਕਹਿੰਦੇ ਹੁਣ ਤੱਕ ਤਾਂ ਮੈਂ ਆਪਣੀ ਭੂਆ ਦੇ ਬਚਨਾਂ ਨੂੰ ਚੇਤੇ ਰੱਖ ਕੇ ਯਾਦ ਕਰਕੇ ਤੈਨੂੰ ਨਾਸ ਨਹੀਂ ਕੀਤਾ, ਚੁੱਪ ਧਾਰਨ ਕੀਤੀ ਹੋਈ ਹੈ। सत गारन ते बड एक कही, ਉਹ ਕਹਿੰਦੇ 100 ਗਾਲ ਤੋਂ ਵੱਧ ਕੇ ਹੋਰ ਕਹਿੰਦੇ ਗਾਲਾਂ ਕੱਢਦੀਆਂ, ਹੋਰ ਗੱਲ ਆਖੀ ਹੈ ਜਾਨੀ ਕੱਢੀ ਤੁਰਿਆ ਜਾਣਾ ਹੈ। तुह जानत अपनी मृत चही, ਮੈਂ ਤਾਂ ਜਾਣਦਾ ਤੂੰ ਹੁਣ ਆਪਣੀ ਜਿਹੜੀ ਗਾਲ ਨਹੀਂ ਕੱਢ ਆਪਣੀ ਮੌਤ ਹੀ ਮੰਗੀ ਹੈ। ਇਹ ਮੌਤ ਨਹੀਂ ਬੁਲਾ ਰਿਹਾ ਗਾਲਾਂ ਕੱਢ ਕੇ। पिख है सब भूप जितै एह ठां, ਆ ਜਿੰਨੇ ਰਾਜੇ ਇਸ ਥਾਂ ਤੇ ਸਾਰੇ ਵੇਖ ਰਹੇ ਹੈ। अब हो ही ना होए हो के तू ही नहीं, अब हुआ हो ही ना हुआ हो कि तू ही नहीं, या अब हो ही ना हुआ हो कहते भी या तो मैं नहीं होवांगा कि तू ही नहीं, या फिर तू नहीं होवेगा भी ਜਾਂ ਹੁਣ शिषपाल ਤੂੰ ਨਹੀਂ ਹੋਏਗਾ ਜਾਂ ਭਾਈ ਮੈਂ ਕ੍ਰਿਸ਼ਨ ਨਹੀਂ ਹੋਵਾਂਗਾ, ਦੋਹਾਂ ਵਿੱਚ ਇੱਕ ਨੂੰ ਇੱਕ ਤਾਂ ਜ਼ਰੂਰ ਮਰੂਗਾ। शिषपाल बाच कान सो, ਕ੍ਰਿਸ਼ਨ ਜੀ ਤੋਂ ਸੁਣ ਕੇ शिषपाल ਨੇ ਜੋ ਕ੍ਰਿਸ਼ਨ ਜੀ ਨੂੰ ਬਚਨ ਕਿਹਾ ਉਹ ਅੱਗੇ ਬਿਆਨ ਕਰ ਰਹੇ। कोप कै उत्तर देत भयो एह, ਕ੍ਰਿਸ਼ਨ ਜੀ ਤੋਂ ਸੁਣ ਕੇ ਗੁੱਸੇ ਵਿੱਚ ਆ ਕੇ ਨੇ ਅੱਗਿਓਂ ਜਵਾਬ ਦਿੱਤਾ। एह भांत सुनियो जब ही अभिमानी, ਜਦੋਂ ਮਾਨੀ शिषपाल ने इस तरह की गलबात सुनी कृष्ण जी भी मैं तो भूआ के बचनों चेते करके चुप बैठा रहा, नहीं तो हुणे तेनू कर दिंदा अगले पार। तेरे मरे मर हा अरे गुजर, आओ उस वेले शिषपाल ने कहा कहते तेरे मारिया गुजरा मैं किते मर जावांगा। यो मुख ते तिन बात बखानी, हाँ सगा मुखों यो गल होई तेरे गुजर दे मारिया होया मैं नहीं मरदा। और कहा जो पे ऐसी सभा, कहते होर कहा जो इस तरह की जिहड़ी सभा लगी है इत्थे हूँ मैं जू बदन मृत की है निज कानी। और कहा जो पैसी सभा हूँ मैं जू जब मृतक है निज कानी, मैं जू जब मृत ही है निज कानी। कहने इस तरह होर कहा है सभा विच ते मैं जिहड़ा लड़ना है मेरे नाल जिहड़ा लड़ना है ये तो अपनी मौत ही नेड़े आई हुई है समझो। तो अर वेद पुराणन में, लो जब मेरी मौत ही नेड़े आई है तो फिर भी सुन ला और जेडे 4 वेद 18 पुराण है उन्हां विच चल है जग में जुग चार कहानी। कहते 4 जुगां विच कृष्ण नूं मारन दी संसार विच मेरी कहानी चलूगी भी कृष्ण नूं
ਸਿਸਪਾਲ ਨੇ ਮਾਰਿਆ ਸੀ ਜੋ ਚੰਦੇਰੀ ਦਾ ਰਾਜਾ ਸੀ। ਸਵਈਆ ਕਾ ਭਇਓ ਜੋ ਚਮਕਾਏ ਕਚਕਰ ਹੈ। ਫੇਰ ਕਹਿਣ ਲੱਗਾ ਉਹ ਸਿਸਪਾਲ ਕੀ ਹੋ ਗਿਆ ਜਿਹੜਾ ਤੂੰ ਚੱਕਰ ਜਾ ਚਮਕਾ ਕੇ ਮੈਨੂੰ ਦਿਖਾਉਣਾ ਹੈ। ਐਸੇ ਕਹਿਓ ਤੋਹਿ ਮਾਰ ਡਰੋਗੋ। ਇਸ ਤਰ੍ਹਾਂ ਕਿਹਾ ਵੀ ਤੈਨੂੰ ਮਾਰ ਕੇ ਸਿੱਟ ਦਿਆਂਗਾ। ਗੁਜਰ ਤੋ ਤੇ ਹੋ ਛਤਰੀ ਕਹਾਏ ਕੈ। ਤੂੰ ਤਾਂ ਗੁਜਰ ਹੈ ਤੇ ਮੈਂ ਕਹਿੰਦੇ ਛਤਰੀ ਕਹੋ ਨਾ। ਐਸੀ ਸਭਾ ਹੂੰ ਕੇ ਬੀਚ ਟਰੋਗੋ। ਹਾਂ ਕਹਿੰਦੇ ਇਸ ਤਰ੍ਹਾਂ ਦੀ ਸਭਾ ਵਿੱਚ ਮੈਂ ਭਲਾ ਟਲ ਜਾਵਾਂਗਾ। ਤੂੰ ਤਾਂ ਟਲ ਜਾਏ ਮੈਂ ਛਤਰੀ ਨਹੀਂ ਟਲਾਂਗਾ ਗੁਜਰ ਤੋਂ। ਮਾਤ ਸੋ ਭਰਾਤ ਅਰ ਤਾਤ ਕੀ ਸੋਹਰੇ। ਕਹਿੰਦੇ ਉਹ ਸੁਣ ਲਾ ਗੁਜਰਿਆਂ ਦੇ ਪੁੱਤ ਜਿਹੜੀ ਮੈਨੂੰ ਮਾਂ ਦੀ ਸਹੁੰ ਲੱਗੇ ਪਿਓ ਦੀ ਲੱਗੇ ਭਰਾਵਾਂ ਦੀ ਸਹੁੰ ਲੱਗੇ ਮੈਨੂੰ। ਤੋਹਿ ਮਾਰ ਹੋ ਨਹਿ ਆਪ ਮਰੋਗੋ। ਕਹਿੰਦੇ ਜਾਂ ਤਾਂ ਤੈਨੂੰ ਮਾਰ ਲਾਂਗਾ ਨਹੀਂ ਤੇ ਫਿਰ ਮੈਂ ਆਪ ਵੀ ਮਰ ਜਾਵਾਂਗਾ। ਸਹੁੰ ਖਾ ਕੇ ਮੈਂ ਕਹਿਣਾ। ਕ੍ਰੋਧ ਰੁਕਮਨ ਕੋ ਧਰ ਕੇ। ਕਹਿੰਦੇ ਵੇਖ ਲਾ ਜਿਹੜੀ ਰੁਕਮਣੀ ਸੀ ਉਹਨੂੰ ਮੈਂ ਵਿਆਹੁਣਾ ਸੀ ਤੂੰ ਉਹਨੂੰ ਲੈ ਗਿਆ ਸੀ। ਉਹਦਾ ਗੁੱਸਾ ਧਾਰ ਕੇ ਰੁਕਮਣੀ ਦਾ। ਹਰ ਤੋ ਸੰਗ ਆਜ ਨਿਦਾਨ ਕਰੋ। ਕਹਿੰਦੇ ਉਹ ਕ੍ਰਿਸ਼ਨ ਅੱਜ ਤੇਰੇ ਨਾਲ ਅੰਤ ਦਾ ਮੈਂ ਜੰਗ ਕਰਾਂਗਾ। ਜਾਂ ਮੇਰਾ ਅੰਤ ਹੋ ਜਾਊ ਜਾਂ ਤੇਰਾ ਅੰਤ ਹੋ ਜਾਂ ਤੂੰ ਮਰੇਗਾ ਜਾਂ ਮੈਂ ਮਰਾਂਗਾ। ਕ੍ਰੋਧ ਪ੍ਰਚੰਡ ਕੀਓ ਤਬ ਸਿਆਮ। ਉਸ ਵੇਲੇ ਕ੍ਰਿਸ਼ਨ ਜੀ ਨੇ ਸੁਣ ਕੇ ਬੜਾ ਤਿੱਖਾ ਕਰਾਰਾ ਗੁੱਸਾ ਕੀਤਾ। ਜਬ ਇਹ ਬਤੀਆ ਸਿਸ ਪਾਲੈ ਭਾਖੀ। ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਲਾ ਲਾ ਕੇ ਉਹ ਸਿਸਪਾਲ ਨੇ ਕਹੀਆਂ। ਕਾਨ ਕਹਿਓ ਜੜ ਚਾਹਤ ਮ੍ਰਿਤ। ਕ੍ਰਿਸ਼ਨ ਜੀ ਕਹਿਣ ਲੱਗਾ ਮੂਰਖਾ ਕਿਵੇਂ ਮੌਤ ਚਾਹੁੰਦਾ ਤੂੰ ਕਿਉਂ ਮਰਨਾ ਚਾਹੁੰਦਾ। ਕੀਓ ਸਭ ਲੋਗਨ ਸੂਰਜ ਸਾਖੀ। ਹਾਂ ਕਾਨ ਕਹਿਓ ਜੜ ਮਾਹਤ ਜੜ ਚਾਹਤ ਮ੍ਰਿਤ ਕੀ। ਇਉਂ ਸਭ ਲੋਗਨ ਸੂਰਜ ਸਾਖੀ। ਕਿਉਂਕਿ ਤੂੰ ਆਪਣੀ ਮੌਤ ਚਾਹੁੰਦਾ ਹੈ ਮੂਰਖ। ਕ੍ਰਿਸ਼ਨ ਜੀ ਨੇ ਕਿਹਾ ਇਉਂ ਸਭ ਲੋਗਨ ਸੂਰਜ ਸਾਖੀ। ਇਸ ਤਰ੍ਹਾਂ ਕਹਿੰਦੇ ਸਾਰੇ ਲੋਕ ਸੂਰਜਾਰ ਕਹਿੰਦੇ ਸਾਖੀ ਹਨ ਗਵਾਹ ਹਨ। ਚੱਕਰ ਸੁਦਰਸ਼ਨ ਲੈ ਕਰ ਭੀਤਰ। ਕਹਿ ਕੇ ਆਪਣੇ ਆਪਣੇ ਹੱਥਾਂ ਵਿੱਚ ਸੁਦਰਸ਼ਨ ਚੱਕਰ ਲੈ ਕੇ। ਕੂਦ ਸਭਾ ਸਭ ਹੀ ਸੋ ਨਾਖੀ। ਸਾਰੀ ਸਭਾ ਵਿੱਚ ਕੁੱਦ ਕੇ ਸਭਾ ਨੂੰ ਨਾਖੀ ਕੇ ਲੰਘ ਕੇ ਕ੍ਰਿਸ਼ਨ ਜੀ ਸਭਾ ਲੰਘ ਕੇ ਜਾ ਹੋਏ ਨੇੜੇ ਸਸਪਾਲ ਦੇ। ਧਾਵਤ ਭਇਓ ਕਬ ਸਿਆਮ ਕਹੈ। ਸ਼ਿਆਮ ਕਵੀ ਕਿਹਾ ਇਸ ਤਰ੍ਹਾਂ ਕਹਿੰਦੇ ਦੌੜ ਕੇ ਗਏ। ਸੋ ਭਇਓ ਤਿਹ ਕੇ ਵੱਧ ਕੋ ਅਬਲਾਖੀ। ਜਿਹੜਾ ਸਸਪਾਲ ਸੀ ਉਹਨੂੰ ਮਾਰਨ ਨੂੰ ਕ੍ਰਿਸ਼ਨ ਜੀ ਦੀ ਅਬਲਾਖੀ ਹੋਈ ਚਾਹਵਾਨ ਹੋਏ ਵੀ ਹੁਣ ਇਹਨੂੰ ਛੱਡ ਗਏ। ਧਾਵਤ ਭਇਓ ਬ੍ਰਿਜ ਨਾਇਕ ਜੂ। ਜਿਹੜੇ ਕ੍ਰਿਸ਼ਨ ਭਗਵਾਨ ਜਦੋਂ ਧਾਵਾ ਜਾ ਕਰਕੇ ਗਏ। ਇਤ ਤੇ ਉਤ ਤੇ ਸੋ ਸਾਮ ਹੈ ਆਇਓ। ਇੱਥੇ ਵਿਸਰਾਮ ਅਰਥ ਨਾਲ ਹੈ। ਹੁਣ ਜੂ ਤੇ ਧਾਵਤ ਪਿਓ ਬ੍ਰਿਜ ਨਾਇਕ ਜੂ ਅਰਥ ਵਾਸਤੇ ਧਾਵਤ ਪਿਓ ਬ੍ਰਿਜ ਨਾਇਕ ਜੂ ਇੱਥੇ। ਇਹ ਦਿਨੋਂ ਤਾਂ ਕ੍ਰਿਸ਼ਨ ਜੀ ਧਾਵਾ ਕਰਕੇ ਅੱਲਾ ਬੋਲ ਕੇ ਗਏ। ਔਰ ਸੋ ਸਾਹਮਣੇ ਆਇਓ ਜਿਹੜਾ ਸੋਈ ਸਾਹਮਣੇ ਆ ਗਿਆ। ਰੋਸ ਵਢਾਏ ਕਨੋ ਚਿਤ ਮੈਂ। ਆਪਣੇ ਚਿੱਤ ਵਿੱਚ ਬੜਾ ਗੁੱਸਾ ਵਧਾ ਕੇ ਤੱਕ ਕੈ ਤੇ ਸਤਰ ਕੁਚੱਕਰ ਚਲਾਇਓ। ਕ੍ਰਿਸ਼ਨ ਜੀ ਨੇ ਬੈਰੀ ਦਾ ਨਿਸ਼ਾਨਾ ਤੱਕ ਕੇ ਤੇ ਸੁਦਰਸ਼ਨ ਚੱਕਰ ਚਲਾਤਾ ਮਾਰਤਾ। ਜਾਏ ਲਗਿਓ ਤੇ ਕੰਠ ਬਿਖੈ। ਜਿਹੜਾ ਸੁਦਰਸ਼ਨ ਚੱਕਰ ਹੈ ਉਹ ਸਿਸਪਾਲ ਦੇ ਗਲ ਵਿੱਚ ਕੰਠ ਵਿੱਚ ਗਰਦਨ ਵਿੱਚ ਜਾ ਲੱਗਾ। ਕੱਟ ਦੇਤ ਭਇਓ ਛੁੱਟ ਭੂ ਪਰ ਆਇਓ। ਗਲ ਜਾ ਕੱਟ ਵੱਢ ਦਿੱਤਾ ਤੇ ਸਿਰ ਛੁੱਟ ਕੇ ਧਰਤੀ ਦੇ ਉੱਪਰ ਆ ਗਿਆ। ਉਪਮਾ ਉਪਜੀ ਜੀ ਮੈਂ। ਮਹਾਰਾਜ ਕਹਿੰਦੇ ਜਾਂ ਸੁਖਦੇਵ ਮੁਨੀ ਪ੍ਰੀਸ਼ਤ ਨੂੰ ਸੁਣਾ ਰਿਹਾ ਕਥਾ ਵੀ ਸਾਡੇ ਦਿਲ ਵਿੱਚ ਉਪਮਾ ਪੈਦਾ ਹੋਈ ਹੈ। ਦਿਵ ਤੇ ਰਵ ਕੋ ਮਨ ਮਾਰ ਗਿਰਾਇਓ। ਮਾਨੋ ਜਿਵੇਂ ਆਕਾਸ਼ ਤੋਂ ਕਿਸੇ ਨੇ ਰਵ ਕੇ ਸੂਰਜ ਨੂੰ ਮਾਰ ਕੇ ਹੇਠਾਂ ਸੁੱਟਿਆ ਹੋਵੇ। ਸੂਰਜ ਵੀ ਆ ਗੋਲ ਮੋਲ ਜਿਹਾ ਦਿਸਦਾ ਨਾ ਸਿਰ ਵੀ ਗੋਲ ਮੋਲ ਜਿਹਾ ਹੁੰਦਾ ਹੈ। ਸਿਸਪਾਲ ਦਾ ਜਿਹੜਾ ਸਿਰ ਹੈ
ਧਰਤੀ ਤੇ ਡਿੱਗਿਆ ਦਿਸਦਾ, ਮਾਨੋ ਆਕਾਸ਼ ਤੋਂ ਕਿਸੇ ਨੇ ਸੂਰਜ ਨੂੰ ਮਾਰ ਕੇ ਹੀ ਸਿੱਟਿਆ ਹੈ। ਇਤ ਸ੍ਰੀ ਬਚਿੱਤਰ ਨਾਟਕ ਗ੍ਰੰਥੇ ਕ੍ਰਿਸ਼ਨ ਅਵਤਾਰੇ, ਰਾਜਸੂ ਜਗ ਕਰ ਸਸਪਾਲ ਬਧ ਹੈ ਤਿਆ। ਵਿਧੀ ਹੋਇਆ ਸਵਾਇਮਾਨ ਵਿਚਿੱਤਰ ਤਰ੍ਹਾਂ ਤਰ੍ਹਾਂ ਦੇ ਨਾਟਕ ਪ੍ਰਸੰਗਾਂ ਵਾਲਾ ਗ੍ਰੰਥ ਕ੍ਰਿਸ਼ਨ ਅਵਤਾਰ ਜੀ ਦਾ, ਜਿਵੇਂ ਰਾਜਸੂ ਜਗ ਸ਼ੁਰੂ ਕਰਨ ਸਮੇਂ ਪ੍ਰਰੰਭਤਾ ਸਮੇਂ ਸਸਪਾਲ ਨੂੰ ਮਾਰਿਆ, ਉਹ ਧਿਆਏ ਤੇ ਇਤੀ ਹੋਇਆ ਹੈ। ਅਥ ਕਾਨਜੂ ਕੋਪ ਰਾਜਾ ਯੁਧਿਸ਼ਟਰ ਸਮਾਪਨ ਕਰਤ ਭਏ। ਜਿਹੜਾ ਸਸਪਾਲ ਨੂੰ ਮਾਰਿਆ ਸੀ, ਉਹ ਕ੍ਰਿਸ਼ਨ ਜੀ ਨੂੰ ਬਹੁਤ ਗੁੱਸਾ ਚੜਿਆ ਸੀ। ਉਹ ਜਿਵੇਂ ਕ੍ਰਿਸ਼ਨ ਜੀ ਨੂੰ ਗੁੱਸਾ ਚੜਿਆ ਤੇ ਯੁਧਿਸ਼ਟਰ ਰਾਜੇ ਨੂੰ ਉਹਨੂੰ ਕਹਿੰਦੇ ਸ਼ਿਮਾ ਕਰਾਇਆ, ਸ਼ਿਮਾ ਹੁਣ ਮਹਾਰਾਜ ਗੁੱਸਾ ਛੱਡ ਦਿਓ, ਸ਼ਾਂਤ ਹੋ ਜਾਓ। ਉਹ ਜਿਵੇਂ ਯੁਧਿਸ਼ਟਰ ਨੇ ਕਿਹਾ ਸੀ ਕ੍ਰਿਸ਼ਨ ਜੀ ਨੂੰ ਵੀ ਗੁੱਸਾ ਛੱਡੋ, ਸ਼ਾਂਤ ਹੋ ਜਾਓ, ਪਰ ਸੰਗ ਕਹਿ ਰਹੇ ਹਨ। ਸਵਈਆ ਕਾਟ ਕਸੀਸ ਦਇਓ ਸਸਪਾਲ ਕੋ। ਸੁਦਰਸ਼ਨ ਚੱਕਰ ਮਾਰ ਕੇ ਸਸਪਾਲ ਦਾ ਸਿਰ ਕੱਟ ਦਿੱਤਾ। ਕੋਪ ਭਰਿਓ ਦੋ ਨੈਣ ਨਚਾਏ ਨਚਾਵੇ। ਕ੍ਰਿਸ਼ਨ ਜੀ ਵੀ ਗੁੱਸੇ ਨਾਲ ਭਰੇ ਦੋਵੇਂ ਨੇਤਰਾਂ ਨਾਲ ਤਾੜ ਰਹੇ। ਕੌਣ ਬਲੀ ਇਹ ਬੀਚ ਸਬਾਹੂ ਕੇ। ਕਿਹੜਾ ਇਹ ਸਭਾ ਦੇ ਵਿੱਚ ਬਲੀ ਹੈਗਾ ਹੈ ਹਮ ਸੋ ਯੁੱਧ ਮਚਾਵੇ। ਕੋਈ ਹੈਗਾ ਤੂੰ ਆ ਕੇ ਮੇਰੇ ਨਾਲ ਯੁੱਧ ਮਚਾਵੇ, ਆ ਤਾਂ ਲਪੇਟਦਾ, ਜੇ ਹੋਰ ਕੋਈ ਹੈਗਾ ਉਹ ਵੀ ਆ ਜਾਓ। ਭਾਰਤ ਭੀਮ ਤੇ ਆਦਿਕ ਵੀਰ। ਅਰਜਨ ਭੀਮ ਸੈਨ, ਇਸ ਤੋਂ ਆ ਲੈ ਕੇ ਜਿਹੜੇ ਹੋਰ ਸੂਰਵੀਰ ਸਭਾ ਵਿੱਚ ਬੈਠੇ ਸਨ। ਰਹੇ ਚੁੱਪ ਹੋਏ ਅਤ ਹੀ ਡਰ ਆਵੇ। ਸਾਰੇ ਚੁੱਪ ਹੋ ਰਹੇ ਆ। ਕ੍ਰਿਸ਼ਨ ਜੀ ਨੂੰ ਬੜਾ ਸਾਰਿਆਂ ਨੂੰ ਡਰ ਆਉਂਦਾ ਵੀ ਇਹਨਾਂ ਦਾ ਕੀ ਪਤਾ ਹੈ, ਜੇ ਉੱਠ ਖੜੇ ਸਾਡੇ ਵੱਲ ਵੀ ਸਰਤ ਚੱਕਰ ਚਲਾਈ ਦੇਣ। ਸੁੰਦਰ ਐਸੇ ਸਰੂਪ ਕੇ ਉੱਪਰ। ਜੋ ਕ੍ਰਿਸ਼ਨ ਜੀ ਦਾ ਐਸਾ ਸੋਹਣਾ ਸਰੂਪ ਉਹਦੇ ਉੱਪਰ। ਸ਼ਾਮ ਕਬੀਸਰ ਪੈ ਬਲ ਜਾਵੇ। ਜਿਹੜਾ ਸ਼ਾਮ ਕਬੀਸਰ ਹੈ ਬਲਹਾਰਨੇ ਸਦਕੇ ਜਾਂਦਾ। ਸਵਈਆ ਜੋਤ ਜਿਤੀ ਆਰ ਭੀਤਰ ਥੀ। ਜਿੰਨੀ ਬੈਰੀ ਦੇ ਅੰਦਰ ਕਹਿੰਦੇ ਜੋਰ ਸੀ, ਚੇਤਨ ਸੱਤਾ ਹੈ ਸੀ, ਜੀਵ ਕਲਾ ਸੀ। ਸੋ ਸਭੈ ਮੁਖ ਸ਼ਾਮ ਕੇ ਬੀਚ ਸਮਾਨੀ। ਉਹ ਸਾਰੀ ਦੀ ਸਾਰੀ ਜਿਹੜੀ ਚੇਤਨ ਸਦਾ ਕਿਸੇ ਭਗਵਾਨ ਦੇ ਮੁਖ ਵਿੱਚ ਲੀਨ ਹੋ ਗਈ, ਸਮਾ ਗਈ ਹੈ। ਬੋਲ ਸਕੈ ਨਾ ਰਹੇ ਚੁੱਪ ਹੋਏ। ਜਿੰਨੇ ਸਭਾ ਵਿੱਚ ਬੈਠੇ ਆ ਸਭ ਚੁੱਪ ਹੋ ਰਹੇ ਆ, ਕੋਈ ਨਹੀਂ ਬੋਲ ਸਕਦਾ। ਕਵ ਸ਼ਾਮ ਕਹੈ ਜੋ ਵੱਡੇ ਅਭਿਮਾਨੀ। ਸ਼ਾਮ ਕਵੀ ਜੀ ਕਹਿੰਦੇ ਜੋ ਬੜੇ ਬੜੇ ਅਭਿਮਾਨੀ ਹੰਕਾਰੀ ਬੈਠੇ, ਸਭ ਚੁੱਪ ਹੋ ਰਹੇ ਬੈਠੇ। ਬਾਂਕੋ ਬਲੀ ਸਸਪਾਲ ਹਨਿਓ। ਵੀ ਜਿਸਨੇ ਬਾਂਕਾ ਜਵਾਨ ਬਲੀ ਸਸਪਾਲ ਮਾਰ ਮੁਕਾਇਆ। ਜਿਹ ਕੀ ਹੁਤੀ ਚੰਦਰਵਤੀ ਰਜ ਧਾਨੀ। ਜਿਸ ਦੀ ਵੀ ਬੰਦੇਰ ਖੰਡ ਵਿੱਚ ਜਿਹੜਾ ਚੰਦਰ ਚੰਦੇਰੀ ਸ਼ਹਿਰ, ਉੱਥੇ ਰਾਜਧਾਨੀ ਹੈ ਸੀ। ਯਾ ਸਮ ਔਰ ਨ ਕੋ ਬਿਓ ਜਗ। ਇਹ ਕ੍ਰਿਸ਼ਨ ਵਰਗਾ ਤਾਂ ਹੋਰ ਸੰਸਾਰ ਦੇ ਵਿੱਚ ਕੋਈ ਦੂਸਰਾ ਹੈ ਹੀ ਨਹੀਂ ਪੈਦਾ ਹੋਇਆ। ਸ੍ਰੀ ਜਦ ਵੀਰ ਸਹੀ ਪ੍ਰਭ ਜਾਨੀ। ਇਹ ਕ੍ਰਿਸ਼ਨ ਜੀ ਜਿਹੜੇ ਜਾਦਵਾਂ ਦੇ ਕੁਲ ਦੇ ਸੂਰਵੀਰ ਹੈ, ਸਭ ਦੇ ਮਾਲਕ ਜਾਣੇ ਜਾਂਦੇ। ਏਕ ਕਹੈ ਜਦ ਰਾਏ ਵੱਡੋ ਭਟ। ਇੱਕ ਤਾਂ ਕਹਿੰਦਾ ਵੀ ਜਾਦਵਾਂ ਦਾ ਕੁਲ ਦਾ ਜਿਹੜਾ ਕ੍ਰਿਸ਼ਨ ਹੈ ਸਭ ਤੋਂ ਵੱਡਾ ਸੂਰਵੀਰ ਹੈ। ਚਾਹੇ ਬਲੀ ਸਸਪਾਲ ਸੁਕਾਇਓ। ਇਸ ਨੇ ਵੀ ਜਿਹੜਾ ਬਲੀ ਸਸਪਾਲ ਸੀ ਉਹਨੂੰ ਮਾਰ ਮੁਕਾਇਆ ਹੈ। ਇੰਦਰ ਤੇ ਸੂਰਜ ਤੇ ਜਮ ਤੇ। ਜਿਸ ਦੇ ਪਾਸੋਂ ਉਹ ਇੰਦਰ ਤੇ ਸੂਰਜ ਤੇ ਜਮਰਾਜ ਵੀ। ਹੋ ਤੋ ਜਾਤ ਨਾ ਸੋ ਜਮ ਲੋਕ ਪਠਾਇਓ। ਇਹਨਾਂ ਤੋਂ ਵੀ ਜਿਹੜਾ ਸਸਪਾਲ ਹੈ ਜਮ ਲੋਕ ਵਿੱਚ ਭੇਜਿਆ ਨਹੀਂ ਜਾ ਸਕਦਾ। ਸੂਰਜ ਤੋਂ ਵੀ ਇਹ ਮਰਨ ਵਾਲਾ ਨਹੀਂ ਸੀ। ਸੋ ਇਹ ਏਕ ਹੀ ਆਂਖ ਕੇ ਫੋਰ ਕਹਿੰਦੇ ਉਹ ਇਹੋ ਜਿਹਾ ਬਲੀ ਜਿਹੜਾ ਸਸਪਾਲ ਸੀ, ਉਹਨੂੰ ਇਹਨਾਂ ਨੇ ਇੱਕ ਅੱਖ ਦੇ ਫੋਰੇ ਵਿੱਚ ਹੀ ਭੀਤਰ ਮਾਰ ਦਇਓ ਜੀ ਆਇਓ। ਹਾਂ, ਜਦੋਂ ਦਿਲ ਵਿੱਚ ਆ ਇੱਕ ਅੱਖ ਦੇ ਫੋਰੇ ਵਿੱਚ ਹੀ ਮਾਰ ਕੇ ਸਿਰਤਾ ਸਸਪਾਲ। 14 ਲੋਕਨ ਕੋ ਕਰਤਾ ਕਰ। ਇਹ ਤਾਂ ਵੀ 14 ਲੋਕਾਂ ਦੇ ਕਰਨ ਵਾਲੇ ਹੈ, ਬਣਾਉਣ ਵਾਲੇ ਹੈ। ਸ੍ਰੀ ਬ੍ਰਿਜਨਾਥ ਸਹੀ ਠਹਿਰਾਇਓ। ਇਸ ਕਰਕੇ ਸਾਰਿਆਂ ਨੂੰ ਬਿਰਜ ਦੇ ਮਾਲਕ ਸਹੀ ਕਰਕੇ
ਕਹਿ ਲਿਆ ਵੀ ਇਹੀ ਅਸਲੀ 14 ਲੋਕਾਂ ਦੇ ਕਰਤਾ ਹੈ। ਸਵਈਆ 14 ਲੋਕਨ ਕੋ ਕਰਤਾ ਇਹ ਤਾਂ ਵੀ 14 ਲੋਕਾਂ ਦੇ ਬਣਾਉਣ ਵਾਲੇ। ਸਾਧਨ ਸੰਤ ਇਹ ਜੀ ਜਾਣਿਓ, ਜਿੰਨੇ ਸਾਧੂ ਸੰਤ ਉਹਨਾਂ ਨੇ ਉਹ ਦਿਲ ਵਿੱਚ ਜਾਣਿਆ। ਦੇਵ ਅਦੇਵ ਕੀਏ ਸਭ ਯਾਹੀ ਕੇ, ਸਾਧੂ ਸੰਤਾਂ ਨੇ ਜਾਣੇ ਵੀ ਦੇਵਤੇ ਦੈਂਤ ਸਭ ਇਹਨਾਂ ਨੇ ਬਣਾਣਾ ਕੀਤੇ। ਵੇਦਨ ਤੇ ਗੁਣ ਜਾਣ ਬਖਾਨਿਓ, ਇਸੇ ਤਰ੍ਹਾਂ ਵੇਦਨਾ ਤੋਂ ਗੁਣ ਜਾਣ ਕੇ ਕਥਨ ਕੀਤੇ ਇਹਨਾਂ ਦੇ। ਵੀਰਨ ਵੀਰ ਵੱਡੋਈ ਲਖਿਓ, ਹਰ ਕ੍ਰਿਸ਼ਨ ਜੀ ਨੂੰ ਸੂਰਵੀਰਾਂ ਨੇ ਬਹੁਤ ਵੱਡਾ ਸੂਰਵੀਰ ਜਾਣਿਆ। ਭੂਪਨ ਭੂਪਨ ਤੇ ਖੁਨ ਸਾਨਿਓ, ਜਿਹੜੇ ਰਾਜੇ ਹਨ ਉਹਨਾਂ ਨੇ ਰਾਜਾ ਜੂ ਆਪਣਾ ਜਾਣ ਕੇ ਖੁਜੇ ਹਨ ਵੀ ਸਾਡੇ ਵੱਲੋਂ ਇਹ ਵੱਡਾ ਰਾਜਾ ਕਿਉਂ ਹੈ। ਔਰ ਜਿਤੇ ਆਰ ਠਾਡੇ ਹੋਤੇ, ਹੋਰ ਜਿੰਨੇ ਉੱਥੇ ਬੈਰੀ ਖੜੋਤੇ ਹੋਏ ਸੀ, ਤਿੰਨ ਸ਼ਾਮ ਸਹੀ ਕਾਰ ਕਾਲ ਪਛਾਨਿਓ। ਉਹਨਾਂ ਬੈਰੀਆਂ ਨੇ ਸਾਰਿਆਂ ਨੇ ਕ੍ਰਿਸ਼ਨ ਜੀ ਨੂੰ ਕਾਲ ਰੂਪ ਮੌਤ ਰੂਪ ਕਰਕੇ ਪਛਾਣਿਆ ਵੀ ਕ੍ਰਿਸ਼ਨ ਜੀ ਖੜਾ ਤਾਂ ਮੌਤ ਖੜੀ ਹੈ। ਸਵਈਆ ਸ੍ਰੀ ਬ੍ਰਿਜ ਨਾਇਕ ਠਾੜ ਤਹਾ, ਹਾਂ ਕ੍ਰਿਸ਼ਨ ਭਗਵਾਨ ਜਦੋਂ ਉੱਥੇ ਗੁੱਸੇ ਵਿੱਚ ਖੜੋਤੇ ਹੈ, ਕਰ ਬੀਚ ਸੁਦਰਸ਼ਨ ਚੱਕਰ ਲੀਏ, ਆਪਣੇ ਹੱਥ ਵਿੱਚ ਸੁਦਰਸ਼ਨ ਚੱਕਰ ਲਿਆ ਹੋਇਆ ਹੈ। ਬਹੁ ਰੋਸ ਠਨੇ ਅਤ ਕ੍ਰੋਧ ਭਰਿਓ, ਬੜਾ ਰੋਸ ਗੁੱਸਾ ਕੀਤਾ ਹੋਇਆ ਤੇ ਗੁੱਸੇ ਵਿੱਚ ਭਰੇ ਹੋਏ ਹੈ। ਅਰ ਆਨ ਕੋ ਆਨਤ ਹੈ ਨਹੀਂਏ, ਹੋਰ ਕਿਸੇ ਵੈਰੀ ਨੂੰ ਆਪਣੇ ਹਿਰਦੇ ਵਿੱਚ ਆਪਣੇ ਬਰਾਬਰ ਦਾ ਨਹੀਂ ਲਿਆਉਂਦੇ। ਤਿਹ ਠੌਰ ਸਬਾਹੂ ਮੈਂ ਗਾਜਤ ਭਇਓ, ਕ੍ਰਿਸ਼ਨ ਜੀ ਉਹ ਸਭਾ ਬੜਾ ਭਾਰੀ ਗੱਜੇ ਹਨ। ਸਭ ਕਾਲਹਿ ਕੋ ਮਨ ਭੇਖ ਕੀਏ, ਸਾਰਿਆਂ ਨੇ ਉਹ ਜਾਣਿਆ ਵੀ ਮਨੋ ਕਾਲ ਨੇ ਭੇਖ ਸ਼ੁਰੂ ਕੀਤਾ, ਮੌਤ ਨੇ ਕ੍ਰਿਸ਼ਨ ਦਾ ਰੂਪ ਧਾਰਨ ਕੀਤਾ ਹੋਇਆ। ਜਿਹ ਦੇਖਤ ਪ੍ਰਾਨ ਤਜੈ ਅਰਵਾ, ਜਿਨ੍ਹਾਂ ਦੇ ਸਰੀਰ ਨੂੰ ਦੇਖ ਕੇ ਬੈਰੀ ਪ੍ਰਾਣੀ ਛੱਡ ਜਾਨ ਹੀ ਨਿਕਲ ਜਾਏ। ਬਹੁ ਸੰਤ ਨਿਹਾਰ ਕ ਰੂਪ ਜੀਏ, ਹਾਂ ਬਹੁਤੇ ਜਿਹੜੇ ਸੰਤ ਵੇਖ ਕੇ ਜਿਨ੍ਹਾਂ ਦੇ ਸਰੂਪ ਨੂੰ ਜਿਉਂਦੇ ਹਨ। ਨਰਿਪ ਯੁਧਿਸ਼ਟਰ ਬਾਚ ਸਵਈਆ, ਯੁਧਿਸ਼ਟਰ ਨੇ ਯੁਧਿਸ਼ਟਰ ਰਾਜੇ ਨੇ ਬਚਨ ਕਿਹਾ ਕ੍ਰਿਸ਼ਨ ਜੀ ਨੂੰ। ਆਪ ਹੀ ਭੂਪ ਕਹੀ ਉੱਠ ਕੈ, ਉਸ ਵੇਲੇ ਸਭਾ ਵਿੱਚੋਂ ਉੱਠ ਕੇ ਯੁਧਿਸ਼ਟਰ ਰਾਜੇ ਨੇ ਆਪ ਹੀ ਗੱਲ ਕਹਿਣਾ ਕੀਤੀ ਹੈ। ਕਰ ਜੋਰ ਦਊ ਪ੍ਰਭ ਕੋਪ ਨਿਵਾਰੋ, ਦੋਵੇਂ ਹੱਥ ਜੋੜ ਕੇ ਕਿਹਾ ਹੈ ਭਗਵਾਨ ਸਾਡੇ ਮਾਲਕ ਗੁੱਸਾ ਦੂਰ ਕਰ ਦਿਓ, ਛੱਡ ਦਿਓ। ਥੋਸ ਸਪਾਲ ਵੱਡੋ ਖਾਲਸੋ, ਉਹ ਜਿਹੜਾ ਸਿਸਪਾਲ ਸੀ ਉਹ ਤਾਂ ਬਹੁਤ ਵੱਡਾ ਖਲ ਮੂਰਖ ਹੈ ਸੀ। ਤੁਮ ਚੱਕਰਹਿ ਲੈ ਛਿਨ ਮਾਹ ਜਿਹੜਾ ਸੰਘਾਰੋ, ਮੂਰਖ ਸਿਸਪਾਲ ਦੀ ਸਿੱਟਣ ਲੱਗੇ ਛਿਨ ਵਿੱਚ ਇਹਨੂੰ ਮਾਰ ਕੇ ਸਿਰਦਾ ਹੈ। ਇਉ ਕਹਿ ਪਾਏ ਰਹਿਓ ਗਹਿ ਕੈ, ਇਸ ਤਰ੍ਹਾਂ ਦੇ ਬਚਨ ਕਹਿ ਕੇ ਜਿਹੜਾ ਯੁਧਿਸ਼ਟਰ ਕ੍ਰਿਸ਼ਨ ਜੀ ਦੇ ਚਰਨ ਫੜ ਰਿਹਾ ਹੈ। ਤੂੰ ਆਪਣੇ ਨੈਣਨ ਤੇ ਜਲ ਢਾਰੋ, ਦੋਵੇਂ ਆਪਣੇ ਨੇਤਰਾਂ ਤੋਂ ਜਲ ਵੀ ਹੈ ਢਾਇਆ, ਅੰਜੂ ਵੀ ਘੇਰੇ ਹਨ। ਕਾਨ ਜੂ ਜੋ ਤੁਮ ਰੋਸ ਕਰੋ, ਇਹ ਕ੍ਰਿਸ਼ਨ ਜੀ ਜੇ ਤੁਸੀਂ ਹੁਣ ਗੁੱਸਾ ਕਰੋ ਤੋ ਕਹਾ ਤੁਮ ਸੋ ਬਸ ਹੈ ਬਾ ਹਮਾਰੋ, ਤਾਂ ਫਿਰ ਤੁਹਾਡੇ ਸਾਥ ਸਾਡਾ ਬਸ ਮਾਰਾ ਹੈ। ਅਬ ਹਮਾਰੋ ਅਰਥ ਵਾਸਤੇ ਇਹਦੇ ਵਿੱਚ ਆੜਾ ਨਿਕਲਿਆ, ਹੁਣ ਸਾਡਾ ਇਹਦੇ ਵਿੱਚ ਭਲਾ ਕੀ ਬਸ ਚੱਲੂਗਾ। ਸਵਈਆ ਦਾਸ ਕਹੈ ਬਿਨਤੀ ਕਰ ਜੋਰ ਕੈ, ਤੁਸੀਂ ਮਾਰਾ ਆਪ ਜੀ ਦੇ ਦਾਸ ਹੈ, ਹੱਥ ਜੋੜ ਕੇ ਬੇਨਤੀ ਕਰ ਰਹੇ ਹਾਂ। ਸ਼ਾਮ ਭਨੈ ਹਰਜੂ ਸੁਨ ਲੀਜੈ, ਸ਼ਿਆਮ ਕਵੀ ਕਹਿੰਦਾ ਹੈ ਭਗਵਾਨ ਕ੍ਰਿਸ਼ਨ ਬੇਨਤੀ ਸੁਣ ਲਈਏ ਸਾਡੀ। ਕੋਪ ਚਿਤੇ ਤੁਮਰੇ ਮਰੀਐ, ਤੁਹਾਡੇ ਕ੍ਰੋਧ ਨਾਲ ਦੇਖਣ ਨਾਲ ਤਾਂ ਮਰੀ ਜਾਈਦਾ ਹੈ। ਸੋ ਕਿਰਪਾ ਕਰ ਹੇਰਤ ਹੀ ਪਲ ਜੀਜੈ, ਕਿਰਪਾ ਕਰਕੇ ਵੇਖੀਏ ਤਾਂ ਪਲ ਵਿੱਚ ਜਿਉਂਦੇ ਹੋ ਜਾਈਦਾ ਹੈ। ਆਨੰਦ ਕੈ ਚਿਤ ਬੈਠੋ ਸਭਾ ਮਹਿ, ਇਸ ਕਰਕੇ ਹੈ ਕ੍ਰਿਸ਼ਨ ਜੀ ਹੁਣ ਸਭਾ ਵਿੱਚ ਆਨੰਦ ਧਾਰ ਕੇ ਬੈਠੋ, ਸ਼ਾਂਤ ਹੋ ਕੇ ਬੈਠੋ। ਦੇਖੋ ਜੱਗੇ ਕੇ ਹੇਤ ਪਤੀਜੈ, ਇਸੇ ਤਰ੍ਹਾਂ ਮਹਾਰਾਜ ਜਿਹੜਾ ਜਗ ਦਾ ਕਾਰਨ ਉਹ ਦੇਖੋ
ਤੇ ਭਤੀਜੋ ਪ੍ਰਸੰਨ ਹੋਵੋ। ਹੋ ਪ੍ਰਭ ਜਾਨ ਕਰੋ ਬਿਨਤੀ। ਮੈਂ ਮਾਰਾ ਆਪਣਾ ਮਾਲਕ ਜਾਣ ਕੇ ਤੁਹਾਨੂੰ ਬੇਨਤੀ ਕਰ ਰਿਹਾ ਯੁਧਿਸ਼ਠਿਰ। ਪ੍ਰਭ ਜੂ ਪੁੰਨ ਕੋਪ ਸਮਾਪਨ ਕੀਜੈ। ਮੇਰੇ ਮਾਲਕ ਭਗਵਾਨ ਜਿਹੜਾ ਗੁੱਸਾ ਹੈ ਨਾ ਉਹਨੂੰ ਕਹਿੰਦੇ ਹੁਣ ਸ਼ਾਂਤ ਕਰ ਲਓ। ਦੋਹਰਾ ਬੈਠਾਇਓ ਜਦ ਰਾਏ ਕੋ। ਇਸ ਤਰ੍ਹਾਂ ਕਹਿ ਕੇ ਕਿਸੇ ਭਗਵਾਨ ਨੂੰ ਬਿਠਾਇਆ ਹੈ। ਬਹੁ ਬੇਨਤੀ ਕਰ ਭੂਪ। ਯੁਧਿਸ਼ਠਿਰ ਰਾਜੇ ਨੇ ਬਹੁਤ ਬੇਨਤੀਆਂ ਕਰਕੇ ਕੰਜਨ ਸੇ ਦ੍ਰਿਗ ਜਿਹ ਬਨੇ। ਜਿਸ ਭਗਵਾਨ ਦੇ ਕਮਲ ਵਰਗੇ ਸੋਹਣੇ ਨੇਤਰ ਬੰਠਣ ਰਹੇ ਹੈ। ਬਨਿਓ ਸੁਮੈਨ ਸਰੂਪ। ਜਿਨ੍ਹਾਂ ਦਾ ਸਰੂਪ ਜਿਹੜਾ ਕਾਮਦੇਵ ਵਰਗਾ ਬਣਿਆ ਹੋਇਆ ਹੈ ਉਹ ਬੈਠ ਗਏ ਹਨ ਰਾਜੇ ਦੇ ਬੇਨਤੀ ਕਰਨ ਤੋਂ। ਇਤ ਸ੍ਰੀ ਬਚਿੱਤਰ ਨਾਟਕ ਗ੍ਰੰਥੇ ਕ੍ਰਿਸ਼ਨਾਵਤਾਰੇ ਕਾਨ ਜੂ ਕੋ ਕੋਪ ਰਾਜਾ ਯੁਧਿਸ਼ਠਿਰ ਸਮਾਪਨ ਕਰਤ ਭਏ ਧਿਆਇ। ਸਵਾਏ ਮਾਨ ਵਿਚਿੱਤਰ ਤਰ੍ਹਾਂ ਤਰ੍ਹਾਂ ਦੇ ਨਾਟਕ ਪ੍ਰਸੰਗਾਂ ਵਾਲਾ ਗ੍ਰੰਥ ਕ੍ਰਿਸ਼ਨ ਅਵਤਾਰ ਜੀ ਦਾ। ਜਿਵੇਂ ਕਾਨ ਜੀ ਨੂੰ ਉਹ ਸ਼ਿਸ਼ਪਾਲ ਦੇ ਗਾਲਾਂ ਕੱਢਣ ਕਰਕੇ ਗੁੱਸਾ ਚੜ੍ਹਿਆ ਸੀ, ਫਿਰ ਮਾਰਤਾ। ਉਸ ਕ੍ਰੋਧ ਨੂੰ ਜਿਵੇਂ ਯੁਧਿਸ਼ਠਿਰ ਰਾਜੇ ਨੇ ਬੇਨਤੀਆਂ ਕਰਕੇ ਸ਼ਾਂਤ ਕਰਾਇਆ, ਉਹ ਪ੍ਰਸੰਗ ਵਾਲਾ ਅਧਿਆਇ ਤੇ ਇਤੀ ਹੋਇਆ, ਸਮਾਪਤ ਹੋਇਆ। ਹੁਣ ਜਿਵੇਂ ਇਹ ਸ਼ਿਸ਼ਮਾਲ ਉਮਰ ਮਾਰ ਕੇ ਰਾਜਸੂ ਜਗ ਪ੍ਰਾਰੰਭ ਕੀਤਾ ਸੀ, ਉਹ ਸੰਪੂਰਨ ਹੋਇਆ। ਉਹਦੀ ਜਿਹੜੀ ਕਥਾ ਭਾਗਵਤ ਪੁਰਾਣ ਦੇ 10ਵੇਂ ਸਕੰਦ ਵਿੱਚ ਲਿਖੀ ਹੈ, ਉਸੇ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੀ ਸੋਹਣਾ ਛੰਦਾਬੰਦੀ ਵਿੱਚ ਬਿਆਨ ਕੀਤਾ ਹੈ। ਉਹ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸੁਣਾਂਗੇ ਜੀ। ਬੈਠਾਇਓ ਜਦ ਰਾਏ ਕੋ ਬਹੁ ਬਿਨਤੀ ਕਰ ਭੂਪ। ਕੰਜਨ ਸੇ ਦ੍ਰਿਗ ਜਿਹ ਬਨੇ ਬਨਿਓ ਸੁਮੈਨ ਸਰੂਪ। ਇਤ ਸ੍ਰੀ ਬਚਿੱਤਰ ਨਾਟਕ ਗ੍ਰੰਥੇ ਕ੍ਰਿਸ਼ਨਾਵਤਾਰੇ ਕਾਨ ਜੂ ਕੋ ਕੋਪ ਰਾਜਾ ਯੁਧਿਸ਼ਠਿਰ ਸਮਾਪਨ ਕਰਤ ਭਏ ਧਿਆਇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਆਚਤ ਹੈ ਪਾਰ ਬ੍ਰਹਮ ਅਵਨਾਸੀ ਅਗਨਾਸ਼। ਹੇ ਪੂਰਨ ਹੈ ਸਰਬ ਅੰਜਨ ਗੁਣ ਸਾਸ। ਹੇ ਸੰਗੀ ਹੈ ਨਿਰੰਕਾਰ। ਹੇ ਨਿਰਗੁਣ ਸਭ ਟੇ। ਹੇ ਗੋਵਿੰਦ ਹੈ ਗੁਣ ਨਿਧਾਨ। ਜੰ ਕੇ ਸਦਾ ਭਵੇ। ਹੇ ਅਪਰੰਪਰ ਹਰ ਹਰਿ। ਹੈ ਪੀ ਹੋ ਬਨਹਾਰ। ਹੇ ਸੰਤਾਂ ਕੈ ਸਦਾ ਸੰਗ। ਨਿਜ਼ਾਰਾ ਆਧਾਰ। ਹੇ ਠਾਕੁਰ ਹੋਂ ਦਾਸਰੋ। ਮੈਂ ਨਿਰਗੁਣ ਗੁਣ ਨਹੀਂ ਕੋਈ। ਨਾਨਕ ਦੀਜੈ ਨਾਮ ਉਦਾਨ। ਰੱਖੋ ਹਿਐ ਪਰੋਇ। ਆਏ ਪ੍ਰਭ ਸ਼ਰਨਾਗਤੀ। ਕਿਰਪਾ ਨਿਜ ਧਿਆਨ। ਏਕ ਅੱਖਰ ਹਰ ਮਨ ਵਸਤ। ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ। ਚੜ੍ਹੇ ਸੋ ਤਰੇ ਪਾਰ। ਜੋ ਸਰਦਾ ਕਰ ਸੇਵੰਦੇ। ਗੁਰ ਪਾਰੇ ਉਤਾਰਨ ਹਾਰ। ਜੋ ਸਰਦਾ ਕਰ ਸੇਵੰਦੇ। ਗੁਰੂ ਪਾਰੇ ਉਤਾਰਨ ਹਾਰ। ਤੂੰ ਠਾਕੁਰ